ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰੋੜਾਂ ਦੀ, ਜੀ ਹਾਂ ਆਫਰ ਦੀ। ਆਫਰ ਜੋ ਦਿੱਤਾ ਜਾ ਰਿਹਾ ਕਰੋੜਾਂ ਰੁਪਏ ਦਾ, 25 ਕਰੋੜ ਦਾ, 75 ਕਰੋੜ ਦਾ। ਤੇ ਇਹ ਦਾਅਵਾ ਹੈ ਆਮ ਆਦਮੀ ਪਾਰਟੀ ਦਾ, ਇਲਜ਼ਾਮ ਹੈ ਬੀਜੇਪੀ ਦੇ ਉੱਤੇ। ਹਰਪਾਲ ਚੀਮਾ ਦੇ ਵੱਲੋਂ ਬਾਅਦ ਦੁਪਹਿਰ ਕੀਤੀ ਗਈ ਪ੍ਰੈਸ ਕਾਨਫਰੰਸ ਨੇ ਪੰਜਾਬ ਦੀ ਸਿਆਸਤ 'ਚ ਭੁਚਾਲ ਲਿਆ ਕੇ ਰੱਖ ਦਿੱਤਾ ਹੈ। ਇਲਜ਼ਾਮ ਇੱਥੋਂ ਤੱਕ ਨੇ ਕਿ ਪੰਜਾਬ 'ਚ ਤਖਤਾ ਪਲਟ ਦੀ, ਸਰਕਾਰ ਗਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਦਰਅਸਲ ਇਲਜ਼ਾਮ ਇਹ ਨੇ ਕਿ 25 ਕਰੋੜ ਰੁਪਏ ਦੇ ਆਫਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। 10 ਦੇ ਕਰੀਬ ਵਿਧਾਇਕਾਂ ਕੋਲ ਆਫਰ ਪਹੁੰਚ ਵੀ ਚੁੱਕਿਆ ਹੈ ਆਮ ਆਦਮੀ ਪਾਰਟੀ ਮੁਤਾਬਕ, ਤੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਸਵਾਲ ਹੈ ਕਿ ਕੌਣ ਕਰ ਰਿਹਾ ਕਾਲ, ਕੌਣ ਆਫਰ ਦੇ ਰਿਹਾ ਹੈ, ਕਿੰਨੇ ਵਿਧਾਇਕਾਂ ਨੂੰ ਹੁਣ ਤੱਕ ਅਪਰੋਚ ਕਰ ਦਿੱਤਾ ਗਿਆ, सबूत की ने, जो बीजेपी पूछ रही है। सवाल यह भी है कि 2/3 बहुमत जिस पार्टी दे कोल होवे, सरकार जिन्हां ने बनाई होवे, कि डिगना सरकार उन्हां दी सरकार नूं डिगना वाकई मुमकिन है। सियासत सब कुछ कहा जाता मुमकिन है, पर 92 सीटां 59 तो बहुत ज्यादा, करीब 32 सीटां ज्यादा की बाकी पॉसिबिलिटी है। इल्जाम बीजेपी लगा रही है कि सब कुछ ध्यान भटकाउण दे लई कीता जा रहा है। बीजेपी इत्थों तक कह रही है कि एक पासे एक्साइज पॉलिसी दा मुद्दा है, बीजेपी दा यह भी कहना है कि दूजे पासे अरविंद केजरीवाल ते भगवंत मान दे विचाले फुट है। तां हुण सच कौन बोल रहा है, इल्जाम च किस दे दम है, सब दे उत्ते अज चर्चा करांगे। मेहमान साडे नाल जुड़नगे, गल होवेगी ऑपरेशन लोटस दा जो जिक्र हो रहा है ते आम आदमी पार्टी ते बीजेपी दे विचाले वार पलटवार हो रही है। ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਤੇ ਨੇ ਤੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਅੰਦਰ ਪੰਜਾਬ ਅੰਦਰ ਸਰਕਾਰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਰਕਾਰ ਡੇਗਣ ਦੀ ਸਾਜ਼ਿਸ਼ ਦਾ ਇਲਜ਼ਾਮ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਲਾਇਆ ਹੈ। ਆਪ ਦਾ ਇਲਜ਼ਾਮ ਹੈ ਕਿ ਬੀਜੇਪੀ ਸੀਰੀਅਲ ਕਿਲਰ ਦੀ ਤਰ੍ਹਾਂ ਸੂਬਿਆਂ ਦੇ ਵਿੱਚ ਚੁਣੀਆਂ ਸਰਕਾਰਾਂ ਨੂੰ ਡੇਗ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਆਪਰੇਸ਼ਨ ਲੋਟਸ ਦੇ ਜ਼ਰੀਏ ਪੰਜਾਬ ਦੇ ਵਿੱਚ ਸਰਕਾਰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, जबकि बीजेपी का दावा है कि केजरीवाल ते भगवंत मान की टसल करके आम आदमी पार्टी अंदर वंड पै गई है और पार्टी टुटन का ठीकरा आप बीजेपी के सिर ते भनना चाहती है। बीजेपी ऑपरेशन लोटस के तहत लोकतंत्र का कतल सूबे च कर रही है, पर लेकिन ये आम आदमी पार्टी आ जिहदे MLA चट्टान वांग दृढ़ इरादे दे नाल आम आदमी पार्टी ਦੇ ਮੈਂਬਰ ਨੇਗੇ। ਕੇਜਰੀਵਾਲ ਔਰ ਭਗਵੰਤ ਮਾਨ ਦੀ ਜਿਹੜੀ ਲੜਾਈ ਸੀ ਅੰਦਰੂਨੀ ਚੱਲ ਰਹੀ, ਉਹ ਕਿਤੇ ਨਾ ਕਿਤੇ ਸੱਤਾ ਤੇ ਆ ਗਈ ਲੱਗਦੀ ਹੈ, ਔਰ ਉਹ ਲੜਾਈ ਹੋਰ ਤੇਜ਼ ਹੋਏਗੀ ਔਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਬਟਵਾਰਾ ਆਮ ਆਦਮੀ ਪਾਰਟੀ 'ਚ ਦੇਖਣ ਨੂੰ ਮਿਲੇ। ਆਪ ਦਾ ਇਲਜ਼ਾਮ ਹੈ ਕਿ ਬੀਜੇਪੀ ਵੱਲੋਂ 7 ਤੋਂ 10 ਵਿਧਾਇਕਾਂ ਨੂੰ ਸਿੱਧੇ ਅਸਿੱਧੇ ਰੂਪ ਦੇ ਵਿੱਚ ਸੰਪਰਕ ਕੀਤਾ ਗਿਆ। ਵਿਧਾਇਕਾਂ ਨੂੰ ਦਿੱਲੀ ਵਿੱਚ ਬੈਠੇ ਵੱਡੇ ਬਾਬੂ ਦੇ ਨਾਲ ਮਿਲਵਾਉਣ ਦੀ ਗੱਲ ਕਹੀ ਗਈ। ਇੱਕ ਵਿਧਾਇਕ ਨੂੰ 25 ਕਰੋੜ ਦੇ ਆਫਰ ਦਿੱਤੇ ਗਏ, ਜਦਕਿ ਬੀਜੇਪੀ ਆਪ ਦੇ ਵਿਧਾਇਕਾਂ ਦੀ ਕੀਮਤ 0 ਦੱਸ ਰਹੀ ਹੈ। ਵੱਡੇ ਬਾਊ ਜੀ ਨਾਲ ਕਰਵਾਉਣੇ ਆ, ਆਓ ਤੁਹਾਨੂੰ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਡੇ ਨੇਤਾਵਾਂ ਦੇ ਨਾਲ ਤੁਹਾਡੀ ਮੀਟਿੰਗ ਕਰਵਾਉਣੀ ਆ ਔਰ ਤੁਹਾਨੂੰ 25 ਕਰੋੜ ਰੁਪਇਆ ਦੇਵਾਂਗੇ। 25 ਕਰੋੜ ਰੁਪਇਆ ਹਰੇਕ MLA ਨੂੰ ਦੇਣ ਦਾ ਯਤਨ, ਖਰੀਦਣ ਦਾ ਯਤਨ बीजेपी लगातार कर रही है पंजाब में। आपके MLO को कोई 25 रुपए ना दे, आप 25 करोड़ की बात कर रहे हो, क्यों खरीदेंगे हम आपके MLA भाई? आप ऐसी हरकतों से बाज आइए। हरपाल चीमा ने पूरा प्लान समझाउंदे दस्सिया कि बीजेपी आप दे 35 विधायक ਅਤੇ 20 ਵਿਧਾਇਕ ਦੂਜੀਆਂ ਪਾਰਟੀਆਂ ਦੇ ਤੋੜਨਾ ਚਾਹੁੰਦੀ ਹੈ। ਕੁੱਲ 55 ਵਿਧਾਇਕ ਤੋੜਨ ਦੇ ਲਈ 1375 ਕਰੋੜ ਰੁਪਏ ਰੱਖੇ ਗਏ ਨੇ। ਪਰ ਆਪ ਦੇ ਇਹਨਾਂ ਇਲਜ਼ਾਮਾਂ ਤੇ ਬੀਜੇਪੀ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਪੁਲਿਸ ਸਰਕਾਰ ਦੇ ਕੋਲ ਹੈ ਤਾਂ ਫਿਰ ਪੈਸੇ ਆਫਰ ਕਰਨ ਵਾਲੇ ਫੜੇ ਕਿਉਂ ਨਹੀਂ ਗਏ? 1375 ਕਰੋੜ ਫੜ ਕੇ ਪੰਜਾਬ ਦਾ ਕਰਜ਼ ਕਿਉਂ ਨਹੀਂ ਉਤਾਰਿਆ ਜਾ ਰਿਹਾ? ਸਾਰੇ 55 ਵਿਧਾਇਕ, ਕਿਉਂਕਿ 35 ਸਾਡੇ ਤੋੜਨ ਨੂੰ ਫਿਰਦੇ ਨੇਗੇ। ਜੇਕਰ 55 ਵਿਧਾਇਕਾਂ ਦੀ ਕੀਮਤ ਦੇਖ ਲਈਏ ਜਿਹੜੀ ਕਿ ਬੀਜੇਪੀ ਚ ਕਰ ਰਹੀ ਆ, ਉਹ ਲਗਭਗ 1375 ਕਰੋੜ ਰੁਪਇਆ ਬੀਜੇਪੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੇ ਵਿੱਚ ਲਾ ਰਹੀ ਆ। ਜਿਹੜੇ ਬੰਦੇ ਆਫਰ ਲੈ ਕੇ ਆਏ ਨੇ ਕਹਿ ਰਹੇ 1375 ਕਰੋੜ ਰੁਪਇਆ ਪਿਆ ਹੈ ਜੀ, ਉਹ 1375 ਕਰੋੜ ਦਾ ਤੁਹਾਨੂੰ ਤੇ ਪਤਾ ਕਿੱਥੇ ਪਿਆ? ਪੁਲਿਸ ਤੁਹਾਡੀ ਆ, ਜਾ ਕੇ ਉਹ 1375 ਕਰੋੜ ਕਿਉਂ ਨਹੀਂ ਚੁੱਕ ਕੇ ਲੈ ਕੇ ਆਉਂਦੇ? ਪੰਜਾਬ ਦਾ ਕਰਜ਼ਾ ਉਤਾਰੋ 1375 ਕਰੋੜ ਦੇ ਨਾਲ।
ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਵਿੱਚ ਕਿੰਨਾ ਦਮ ਹੈ, ਇਸ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਪੈਸੇ ਆਫਰ ਕਰਨ ਵਾਲਿਆਂ ਦੇ ਨਾਮ ਜਨਤਕ ਹੋਣਗੇ ਜਾਂ ਫਿਰ ਪੈਸੇ ਆਫਰ ਕਰਨ ਵਾਲੇ ਫੜੇ ਜਾਣਗੇ। ਬਿਊਰੋ ਰਿਪੋਰਟ, ਨਿਊਜ਼ 18। ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਕਿਉਂਕਿ ਕਰੋੜਾਂ ਦਾ ਜ਼ਿਕਰ ਹੋ ਰਿਹਾ ਹੈ, ਕਰੋੜਾਂ ਦੇ ਆਫਰ ਦਾ ਜ਼ਿਕਰ ਹੋ ਰਿਹਾ, ਪਰ ਦੂਜੇ ਪਾਸੇ ਸਬੂਤਾਂ ਦਾ ਵੀ ਜ਼ਿਕਰ ਹੋ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਸਾਡੇ ਕੋਲ ਸਬੂਤ ਹੈਗੇ ਨੇ। ਇੱਥੋਂ ਤੱਕ ਕਿਹਾ ਗਿਆ ਕਿ ਸਾਡੇ ਕੋਲ ਸਬੂਤ ਰਿਕਾਰਡਿੰਗਸ ਦਾ ਵੀ ਜ਼ਿਕਰ ਕਰ ਦਿੱਤਾ ਗਿਆ। ਹੁਣ ਪੁਆਇੰਟ ਇਹ ਵੀ ਹੈ ਕਿ ਜੇਕਰ ਸਬੂਤ ਹੈਗੇ ਨੇ ਤਾਂ ਜਨਤਕ ਕਿਉਂ ਨਹੀਂ ਕੀਤੇ ਗਏ, ਇੰਤਜ਼ਾਰ ਕੀ ਕੀਤਾ ਜਾ ਰਿਹਾ, ਇਸ ਦੇ ਉੱਤੇ ਵੀ ਗੱਲ ਹੋਏਗੀ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਸੁਭਾਸ਼ ਸ਼ਰਮਾ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਵਾਗਤ ਹੈ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ। ਮਾਲਵਿੰਦਰ ਕੰਗ ਜੀ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਚੀਫ ਸਪੋਕਸਪਰਸਨ ਨੇ। ਕੰਗ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ ਜੋ ਕਿ ਰਿਪਰੈਜ਼ੈਂਟ ਕਾਂਗਰਸ ਨੂੰ ਕਰਨਗੇ। ਖੜਿਆਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਲੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਇਸ ਚਰਚਾ ਦੀ ਕਿਉਂਕਿ ਜ਼ਿਕਰ ਮੈਂ ਵਾਰ-ਵਾਰ ਕਹਿ ਰਿਹਾ ਕਿ ਕਰੋੜਾਂ ਰੁਪਏ ਦਾ ਹੋ ਰਿਹਾ ਹੈ। ਕਰੋੜ ਕਹਿਣ ਨੂੰ ਬੜਾ ਸੌਖਾ ਲੱਗਦਾ ਹੈ, ਪਰ ਦੂਜੇ ਪਾਸੇ ਜਦੋਂ 25 ਕਰੋੜ 75 ਕਰੋੜ 50 ਕਰੋੜ 1300 ਕਰੋੜ ਦਾ ਜ਼ਿਕਰ ਹੁੰਦਾ ਹੈ, ਇੱਕ ਆਮ ਸ਼ਖਸ ਘਰ ਬੈਠ ਕੇ ਸੋਚਦਾ ਹੈ, ਜਿਹਦੀ ਸਾਰੀ ਉਮਰ ਨਿਕਲ ਜਾਂਦੀ ਹੈ ਕਰੋੜ 2 ਕਰੋੜ ਕਮਾਉਣ ਨੂੰ ਜਾਂ ਉੱਥੇ ਨਹੀਂ ਵੀ ਪਹੁੰਚ ਪਾਉਂਦਾ, ਉਹ ਸੋਚਦਾ ਹੈ ਕਿ ਹਮ ਵਾਕਈ ਇੰਨੀਆਂ ਵੱਡੀਆਂ ਗੱਲਾਂ ਇੱਕ ਵਿਧਾਇਕ ਬਣਨ ਤੋਂ ਬਾਅਦ ਹੁੰਦੀਆਂ ਨੇ, ਹੋ ਸਕਦੀਆਂ ਨੇ। ਚਰਚਾ ਇਸ ਦੀ ਮੈਂ ਸ਼ੁਰੂਆਤ ਕਰਦਾ ਹਾਂ ਸੁਭਾਸ਼ ਸ਼ਰਮਾ ਜੀ ਤੁਹਾਡੇ ਤੋਂ। ਬਹੁਤ ਸੀਰੀਅਸ ਐਲੀਗੇਸ਼ਨਸ ਨੇ, ਸਿੱਧਾ ਇਲਜ਼ਾਮ ਇਹ ਹੈ ਕਿ ਲੋਕਾਂ ਦੇ ਵੱਲੋਂ ਚੁਣੀ ਹੋਈ ਸਰਕਾਰ ਬੀਜੇਪੀ ਆਪਰੇਸ਼ਨ ਲੋਟਸ ਚਲਾ ਕੇ ਪੰਜਾਬ ਦੇ ਵਿੱਚ ਗਿਰਾਉਣਾ ਚਾਹੁੰਦੀ ਹੈ ਤੇ ਕਰੋੜਾਂ ਰੁਪਇਆ ਖਰਚ ਕਰ ਰਹੇ ਹਨ। 1000 ਕਰੋੜ ਤੋਂ ਵੱਧ ਇਹਨਾਂ ਨੇ ਕੱਢ ਕੇ ਰੱਖ ਲਿਆ ਕਿ ਬਸ ਸਰਕਾਰ ਨਹੀਂ ਛੱਡਣੀ, 55 ਵਿਧਾਇਕਾਂ ਦੇ ਉੱਤੇ ਨਜ਼ਰ ਹੈ। ਦੇਖੋ, ਦੋ ਕਹਾਵਤਾਂ ਆਮ ਆਦਮੀ ਪਾਰਟੀ ਤੇ ਬਹੁਤ ਫਿੱਟ ਬੈਠਦੀਆਂ, नाच ना जाने आंगन टेढ़ा और चोर की दाढ़ी में तिनका। पहली कहावत इसलिए फिट बहती है कि पिछले 5-5.5 महीने च इन्हां दी सरकार ने जो पंजाब की दुर्दशा करती है, जिस तरह की मिस गवर्नेंस है, जिस तरह नाल इन्हां दे MLA मंत्री व्यवहार कर रहे हैं। एक मंत्री इन्होंने आप ही जेल च बंद करता सी, दूजे मंत्री साहब की ऑडियो आई है, उसदी ते हुणे गल ही नहीं करते ਜਿਹੜੀ ਉਹ ਸੈਟਿੰਗ ਕਰ ਰਿਹਾ ਸੀ। ਐਮਐਲਏ ਤੇ ਇਲਜ਼ਾਮ ਲੱਗ ਰਹੇ ਨੇ, ਕੋਈ ਜਨਤਾ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਪਾ ਰਹੇ। ਇਹ ਸਭ ਦੇਖ ਕੇ ਐਮਐਲਏਆਂ 'ਚ ਔਰ ਮੰਤਰੀਆਂ 'ਚ ਇੰਨੀ ਫਰਸਟ੍ਰੇਸ਼ਨ ਹੈ ਇਹਨਾਂ ਦਿਆਂ 'ਚ ਕਿ ਆਮ ਆਦਮੀ ਪਾਰਟੀ ਦੇ ਅੰਦਰ ਹੀ ਬਹੁਤ ਵੱਡਾ ਵਿਰੋਧ ਖੜਾ ਹੋ ਗਿਆ ਹੈ। ਦੇਖੋ, ਇਹ ਗੱਲ ਤਾਂ ਸਭ ਨੂੰ ਪਤਾ ਸੀ ਕਿ ਜਿੱਦਾਂ ਕੇਜਰੀਵਾਲ ਸਾਹਿਬ ਤੇ ਰਾਘਵ ਚੱਡਾ ਪੰਜਾਬ ਨੂੰ ਚਲਾ ਰਹੇ ਨੇ, ਉਹਦੇ ਕਰਕੇ ਭਗਵੰਤ ਮਾਨ ਔਰ ਬਹੁਤ ਵੱਡਾ ਇੱਕ ਧੜਾ ਜਿਹੜਾ ਆਮ ਆਦਮੀ ਪਾਰਟੀ ਦਾ, ਉਹ ਖੁਸ਼ ਨਹੀਂ ਹੈ, ਉਹ ਦੁਖੀ ਹੈ। ਲੇਕਿਨ ਉਹ ਵਿਚਾਰੇ ਸ਼ਿਕੰਜੇ 'ਚ ਕੱਸੇ ਹੋਏ ਮਹਿਸੂਸ ਕਰ ਰਹੇ ਸੀ। ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਐਸਾ ਲੱਗਣ ਲੱਗ ਗਿਆ ਮੈਨੂੰ ਜਿੱਦਾਂ ਚੀਮਾ ਸਾਹਿਬ ਘਬਰਾਏ ਬੋਲ ਰਹੇ ਸੀ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਵਿਦੇਸ਼ ਗਏ ਨੇ, ਉਹਨਾਂ ਦਾ ਤਾਂ ਕੋਈ ਗੱਲ ਆਈ ਨਹੀਂ ਹਜੇ ਤੱਕ। ਇੰਜ ਲੱਗ ਰਿਹਾ ਹੈ ਕਿ ਜਿਹੜੀ ਇਹ ਲੜਾਈ ਸੀ ਆਮ ਆਦਮੀ ਪਾਰਟੀ ਦੇ ਅੰਦਰ ਦੀ, ਉਹ ਬਾਹਰ ਆ ਗਈ ਹੈ ਔਰ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਬਗਾਵਤ ਆਮ ਆਦਮੀ ਪਾਰਟੀ ਦੇ ਅੰਦਰ ਖੜੀ ਹੋ ਗਈ ਹੈ। ਔਰ ਜਿਹੜਾ ਖੇਮਾ ਹੈ ਭਗਵੰਤ ਮਾਨ ਸਾਹਿਬ ਦਾ, ਦੋ ਖੇਮਿਆਂ 'ਚ ਵੰਡੀ ਆਮ ਆਦਮੀ ਪਾਰਟੀ, ਇੱਕ ਤਰਫ ਕੇਜਰੀਵਾਲ ਦਾ ਖੇਮਾ, ਇੱਕ ਤਰਫ ਭਗਵੰਤ ਮਾਨ ਸਾਹਿਬ ਦਾ ਖੇਮਾ ਹੈ। ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਦੇ ਖੇਮੇ 'ਚ ਐਮਐਲਏ ਵਧੀ ਜਾ ਰਹੇ ਨੇ ਕਿਉਂਕਿ ਜਿੱਦਾਂ ਦਾ ਵਿਵਹਾਰ ਉਹਨਾਂ ਨਾਲ ਹੋ ਰਿਹਾ ਹੈ ਇਸ ਸਰਕਾਰ ਦੇ ਅੰਦਰ ਮੰਤਰੀਆਂ ਔਰ ਐਮਐਲਏਆਂ ਦੇ ਨਾਲ, ਇੱਕ ਵੱਡੀ ਬਗਾਵਤ ਆਮ ਆਦਮੀ ਪਾਰਟੀ 'ਚ ਹੋਣ ਵੱਲ ਵੱਧ ਰਹੀ ਹੈ। ਐਸਾ ਜਾਪਿਆ ਅੱਜ ਹਰਪਾਲ ਚੀਮਾ ਜੀ ਦੀ ਪ੍ਰੈਸ ਕਾਨਫਰੰਸ। ਨਹੀਂ ਤਾਂ ਪੋਲੀਟੀਕਲ ਸਟੇਟਮੈਂਟ ਹੈ ਸਰ, ਤੁਸੀਂ ਵੀ ਇਸ ਤਰੀਕੇ ਦੇ ਇਲਜ਼ਾਮ ਲਗਾ ਰਹੇ ਹੋ। ਪੋਲੀਟੀਕਲ ਸਟੇਟਮੈਂਟ ਨਹੀਂ ਹੈ। ਇੱਕ ਚੀਜ਼ ਇਹ ਵੀ ਨਜ਼ਰ ਆਉਂਦੀ ਹੈ, ਮੈਂ ਕੰਗ ਜੀ ਦਾ ਰੁਖ ਕਰਾਂਗਾ। ਤੁਸੀਂ ਗੱਲ ਪੂਰੀ ਕਰ ਲਾਂ ਗੌਰਵ ਜੀ, ਤੁਸੀਂ ਸੀਐਮ ਨੂੰ ਲੈ ਕੇ ਥੋੜੇ ਸੌਫਟ ਹੋ, ਤੁਹਾਨੂੰ ਲੱਗਦਾ ਕਿ ਸੀਐਮ ਭਗਵੰਤ ਮਾਨ, ਜੇ ਤੁਹਾਡੀ ਗੱਲ ਦੇ ਉੱਤੇ ਯਕੀਨ ਕੀਤਾ ਜਾਵੇ ਜੋ ਤੁਸੀਂ ਫੁੱਟ ਪੈਣ ਵਾਲੀ ਗੱਲ ਕਹਿ ਰਹੇ ਹੋ, ਤਾਂ ਤੁਸੀਂ ਭਗਵੰਤ ਮਾਨ ਨੂੰ ਲੈ ਕੇ ਸੌਫਟ ਹੋ? ਨਹੀਂ, ਅਸੀਂ ਬਿਲਕੁਲ ਸੌਫਟ ਨਹੀਂ ਹੈ। ਦੇਖੋ, ਲੇਕਿਨ ਇਹ ਵੀ ਗੱਲ ਨਾਲ ਹੈ, ਅਸੀਂ ਇਸ ਗੱਲ ਦਾ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਇੱਕ ਪੰਜਾਬੀ ਨੂੰ ਮੁੱਖ ਮੰਤਰੀ ਬਣਾਇਆ ਵੋਟਾਂ ਪਾ ਕੇ, ਜਿਹੜਾ ਉਹਨੂੰ ਕਠਪੁਤਲੀ ਬਣਾ ਕੇ ਇਹ ਆਮ ਆਦਮੀ ਪਾਰਟੀ ਕੇਜਰੀਵਾਲ ਤੇ ਰਾਘਵ ਚੱਡਾ ਪੰਜਾਬ ਨੂੰ ਚਲਾ ਰਹੇ ਨੇ, ਪੰਜਾਬ ਦੇ ਹਿੱਤਾਂ ਦਾ ਘਾਣ ਕਰ ਰਹੇ ਨੇ। ਜਿੱਦਾਂ ਬਾਰੀ ਨਾਲ ਇਹਨਾਂ ਨੇ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਲਟਕਾਇਆ, ਸਾਨੂੰ ਸ਼ਰਮ ਮਹਿਸੂਸ ਹੋਈ ਹੈ, ਸਾਨੂੰ ਦੁੱਖ ਮਹਿਸੂਸ ਹੁੰਦਾ ਜਦੋਂ ਇੱਕ ਪੰਜਾਬੀ ਮੁੱਖ ਮੰਤਰੀ ਨੂੰ ਅਪਮਾਨਿਤ ਕਰਦੇ ਨੇ, ਜਲੀਲ ਕਰਦੇ ਨੇ, ਪੰਜਾਬ ਦੇ ਮੰਤਰੀਆਂ ਨੂੰ ਜਲੀਲ ਕਰਦੇ ਨੇ, ਪੰਜਾਬ ਦੇ ਐਮਐਲਏਆਂ ਨੂੰ ਜਲੀਲ ਕਰਦੇ ਆ ਕੇ ਬਾਹਰੋਂ ਦਿੱਲੀ ਦੇ ਲੋਕ। ਸਾਨੂੰ ਦੁੱਖ ਹੁੰਦਾ ਹੈ, ਸਾਨੂੰ ਤਕਲੀਫ ਹੁੰਦੀ ਹੈ ਇਸ ਗੱਲ ਦੀ, ਚਾਹੇ ਸਾਡੀ ਵਿਰੋਧੀ ਪਾਰਟੀ ਦੇ ਨੇ, ਪਰ ਹੈ ਤਾਂ ਪੰਜਾਬੀ, ਜਿੱਦਾਂ ਉਹਨਾਂ ਨੂੰ ਜਲੀਲ ਕਰਦੇ ਨੇ। ਇਸ ਕਰਕੇ ਜਿਹੜੀ ਫੁੱਟ ਆਮ ਆਦਮੀ ਪਾਰਟੀ 'ਚ ਪਈ ਹੈ, ਜਿਹੜੀ ਬਗਾਵਤ ਆਮ ਆਦਮੀ ਪਾਰਟੀ 'ਚ ਹੋ ਰਹੀ ਹੈ, ਆਮ ਆਦਮੀ ਪਾਰਟੀ ਜਿਹੜੀ ਡਿਵੀਜ਼ਨ ਵੱਲ ਵੱਧ ਰਹੀ ਹੈ, ਬਿਲਕੁਲ ਉਹਨੂੰ ਐਪਰੀਹੈਂਡ ਕਰਕੇ ਹਰਪਾਲ ਚੀਮਾ ਦੀ ਇਹ ਸਟੇਟਮੈਂਟ ਆਈ। ਮੈਂ ਦੂਜੀ ਗੱਲ ਨਾਲ ਜ਼ਰੂਰ ਜੋੜਦੇ ਆ ਇਹਦੇ 'ਚ। ਦੇਖੋ, ਮੈਨੂੰ ਬੜਾ ਦੁੱਖ ਹੋਇਆ, ਹਰਪਾਲ ਚੀਮਾ ਸਾਹਿਬ ਨੇ ਕਿਹਾ ਜੀ ਸਾਡੇ 10 ਐਮਐਲਏ ਨੂੰ ਆਫਰ ਦਿੱਤੀ, ਸਾਡੇ ਕੋਲ ਸਬੂਤ ਹੈ। ਮੇਰਾ ਇਹ ਕਹਿਣਾ ਹੈ ਕਿ ਲੋਕਤੰਤਰ 'ਚ ਚੁਣੀ ਹੋਈ ਸਰਕਾਰ ਨੂੰ ਗਿਰਾਉਣਾ ਔਰ ਐਮਐਲਏ ਨੂੰ ਖਰੀਦਣਾ ਬਹੁਤ ਵੱਡਾ ਜੁਰਮ ਹੈ।
ਸਰਕਾਰ ਦਾ ਮੰਤਰੀ ਪ੍ਰੈਸ ਕਾਨਫਰੰਸ ਕਰ ਰਿਹਾ ਹੈ। ਉਹ ਭਾਈ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਜਿੰਨਾ ਐਮਐਲਏ ਨੂੰ ਆਫਰ ਆਈ ਸੀ ਤੁਸੀਂ ਉਹਨਾਂ ਦਾ ਬਿਆਨ ਦਰਜ ਕਰਦੇ, ਉਹਨਾਂ ਦਾ ਬਿਆਨ ਦਰਜ ਕਰਕੇ ਐਫਆਈਆਰ ਰਜਿਸਟਰ ਕਰਦੇ, ਐਫਆਈਆਰ ਰਜਿਸਟਰ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਕਿ ਦੇਖੋ ਜੀ ਆ ਜੁਰਮ ਹੋ ਰਿਹਾ ਸੀ। ਅਸੀਂ ਸਰਕਾਰ ਪ੍ਰੈਸ ਕਾਨਫਰੰਸ ਕਰਦੀ ਹੈ, ਸਰਕਾਰ ਤੇ ਜੁਰਮ ਨੂੰ ਰੋਕਦੀ ਹੈ, ਸਰਕਾਰ ਤੇ ਐਫਆਈਆਰ ਦਰਜ ਕਰਦੀ ਹੈ। ਇਹਨਾਂ ਨੇ ਨਾ ਐਫਆਈਆਰ ਦਰਜ ਕੀਤੀ ਨਾ ਇਹਨਾਂ ਨੇ ਕਰਨੀ ਹੈ, ਕਿਉਂਕਿ ਇਹ ਝੂਠ ਦੀ ਦੁਕਾਨ ਨੇ, ਫਰਾਡ ਦੀ ਦੁਕਾਨ ਨੇ। ਆਪਣੀਆਂ ਨਾਕਾਮੀਆਂ ਤੋਂ, ਨਲਾਇਕੀਆਂ ਤੋਂ, ਸਰਕਾਰ ਦੀ ਫੇਲੂਅਰ ਤੋਂ, ਆਪਣੀ ਫੁੱਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਾਰਾ ਪ੍ਰਪੰਚ ਸਾਰੀ ਡਰਾਮੇਬਾਜ਼ੀ ਕਰਦੇ ਆ ਔਰ ਰੋਜ਼ ਇੱਕ ਨਵਾਂ ਡਰਾਮਾ ਲੈ ਕੇ ਲੋਕਾਂ 'ਚ ਆਉਂਦੇ ਆ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਕੰਗ ਜੀ ਦਾ ਰੁਖ ਕਰਦਾ ਹਾਂ। ਮਲਵਿੰਦਰ ਸਿੰਘ ਕੰਗ ਸਾਡੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ। ਕੰਗ ਸਾਹਿਬ, ਤੁਸੀਂ ਬਹੁਤ ਸਾਰੇ ਕਰੋੜਾਂ ਰੁਪਏ ਵਾਲੇ ਐਲੀਗੇਸ਼ਨਸ ਲਗਾ ਦਿੱਤੇ, ਪਰ ਲੋਕ ਜਾਣਨਾ ਚਾਹੁੰਦੇ ਨੇ ਸਬੂਤ ਕਿੱਥੇ ਹੈ। ਬੀਜੇਪੀ ਕਹਿ ਰਹੀ ਹੈ ਕਿ ਤੁਸੀਂ ਪਰਚਾ ਦਰਜ ਕਿਉਂ ਨਹੀਂ ਕੀਤਾ ਫਿਰ? ਗੌਰਵ ਜੀ, ਪਹਿਲੀ ਗੱਲ ਤੇ ਆਪਾਂ ਨੂੰ ਸਮਝਣਾ ਪਊਗਾ ਜਿਹੜੀ ਬੀਜੇਪੀ ਦੀ ਰੀਸੈਂਟ ਪੋਲਿਟਿਕਸ ਹੈ ਉਹਦੇ 'ਚ ਇੱਕ ਨਹੀਂ ਅਨੇਕ ਉਦਾਹਰਣ ਹੈ ਜਿੱਥੇ ਇਹਨਾਂ ਨੇ ਚੁਣੇ ਹੋਏ ਲੋਕ, ਨਾ ਸਿਰਫ ਐਮਐਲਏ, ਚੁਣੀਆਂ ਹੋਈਆਂ ਸਰਕਾਰਾਂ ਦੀ ਖਰੀਦ ਫਰੋਖਤ ਕੀਤੀ ਆ। ਔਰ ਰੀਸੈਂਟ ਉਦਾਹਰਣ ਜਿਹੜਾ ਆ ਉਹ ਹੈਗਾ ਆ ਮਹਾਰਾਸ਼ਟਰ ਦਾ। ਉੱਥੇ ਕੀ ਹੋਇਆ? ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ 'ਚ ਕੀ ਹੋਇਆ? ਉਸ ਤੋਂ ਪਹਿਲਾਂ ਕਰਨਾਟਕ 'ਚ ਕੀ ਹੋਇਆ? ਉਸ ਤੋਂ ਪਹਿਲਾਂ ਗੋਆ 'ਚ ਕੀ ਹੋਇਆ? ਉਸ ਤੋਂ ਪਹਿਲਾਂ ਅਰੁਣਾਚਲ 'ਚ ਕੀ ਹੋਇਆ? ਇਹਨਾਂ ਨੇ ਐਮਐਲਏ ਨਹੀਂ, ਇਹਨਾਂ ਨੇ ਚੁਣੀਆਂ ਹੋਈਆਂ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਹੋਈਆਂ ਸਰਕਾਰਾਂ ਦੀ ਖਰੀਦ ਫਰੋਖਤ ਕੀਤੀ ਆ ਬੀਜੇਪੀ ਨੇ, ਜਿਨ੍ਹਾਂ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ 1 ਰੁਪਈਆ ਨਹੀਂ, ਕਰੋੜਾਂ ਰੁਪਈਆ, ਕਰੋੜਾਂ ਅਰਬਾਂ ਰੁਪਈਆ ਐਮਐਲਏ ਦੀ ਖਰੀਦ ਫਰੋਖਤ ਕਰਕੇ ਸਰਕਾਰਾਂ ਦੀਆਂ ਸਰਕਾਰਾਂ ਖਰੀਦ ਲੀਆਂ। ਔਰ ਇਹ ਕਈ ਵਾਰ ਹੋ ਚੁੱਕਿਆ ਹੈ। ਔਰ ਜਦੋਂ ਇਹਨਾਂ ਨੇ ਪਿਛਲੇ ਦਿਨਾਂ 'ਚ ਦਿੱਲੀ ਕੋਸ਼ਿਸ਼ ਕੀਤੀ ਸੀ ਜਿੱਥੇ ਸਾਡੇ 40 ਐਮਐਲਏ ਨੂੰ ਉਹਨਾਂ ਨੇ 20 ਕਰੋੜ ਦੀ ਆਫਰ ਦਿੱਤੀ ਸੀ, ਉੱਥੇ 800 ਕਰੋੜ ਰੁਪਏ ਕਿੱਥੋਂ ਆਇਆ? ਇਹ ਇੱਕ ਵਾਰ ਹੋਇਆ। ਇਹ ਆਪਰੇਸ਼ਨ ਲੋਟਸ ਨੂੰ ਤੇ ਬੜੇ ਐਡੇ ਗਰਮ ਨਾਲ ਕਹਿੰਦੇ ਆ, ਇੰਨੇ ਅਹੰਕਾਰ ਨਾਲ ਕਹਿੰਦੇ ਆ ਕਿ ਪਤਾ ਨਹੀਂ ਕਿਹੜੀ ਟੋਪ ਚਲਾਉਂਦੇ ਆ। ਹਾਲਾਂਕਿ ਡੈਮੋਕ੍ਰੈਟਿਕ ਤਰੀਕੇ ਨਾਲ ਸਾਡੇ ਦੇਸ਼ 'ਚ ਚੁਣੀਆਂ ਹੋਈਆਂ ਸਰਕਾਰਾਂ, ਐਮਐਲਏ ਔਰ ਉਹ ਆਪਣਾ ਮੁੱਖ ਮੰਤਰੀ ਚੁਣਦੇ ਆ। ਇਸ ਕਰਕੇ ਇਹ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਸਾਮ ਦਾਮ ਦੰਡ ਭੇਦ ਸਾਰੇ ਤਰੀਕੇ ਨਾਲ ਜਿਹੜੇ ਇਹਨਾਂ ਨਾਲ ਰਲ ਜਾਣ ਠੀਕ ਹੈ, ਜਿਹੜੇ ਨਹੀਂ ਰਲਦੇ ਉਹਨਾਂ ਨੂੰ ਮੁੱਲ ਲਾਉਂਦੇ ਆ, ਡਰਾਉਂਦੇ ਆ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਪੁੱਛਾਂ। ਇੱਕ ਗੱਲ ਲਾਸਟ ਜੀ, ਜਿਹੜਾ ਇਹਨਾਂ ਨੇ ਕਿਹਾ ਆ ਕਿ ਦਿੱਲੀ ਤੋਂ ਚੱਲਦੀ ਆ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਆਪਣੇ ਗਏ ਆ ਜਾਖੜ ਸਾਹਿਬ, ਸਿਰਸਾ ਸਾਹਿਬ, ਬਲਵੀਰ ਸਿੱਧੂ, ਇਹਨਾਂ ਨੇ ਤੇ ਪੰਜਾਬ ਯੂਨਿਟ ਨੂੰ ਨਹੀਂ ਪੁੱਛਿਆ ਦਿੱਲੀ ਵਾਲੀ ਬੀਜੇਪੀ ਨੇ। ਇਹਨਾਂ ਦਾ ਤੇ ਇਹ ਅਸ਼ਰ ਹੈ ਤੇ ਇਹਨਾਂ ਦੀ ਪਾਰਟੀ ਕੀ ਸੰਗਰੂਰ ਤੋਂ ਚੱਲਦੀ ਆ ਕਿ ਬਰਨਾਲਾ ਤੋਂ ਚੱਲਦੀ ਆ? ਲਾਸਟ ਝੂਠ ਅਗਰ ਇਸ ਮੁਲਕ 'ਚ ਕੋਈ ਬੋਲਦਾ ਆ, ਝੂਠ ਦਾ ਅਗਰ ਕੋਈ ਬੁਲੰਦਾ ਇਸ ਮੁਲਕ 'ਚ ਹੈਗਾ ਆ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ, ਜਿਨ੍ਹਾਂ ਨੇ ਵਾਰ-ਵਾਰ ਸਾਬਤ ਕੀਤਾ। ਠੀਕ ਹੈ, ਚਲੋ ਮੈਂ ਇੱਕ ਰਿਐਕਸ਼ਨ ਲੈਣਾ ਜ਼ਰੂਰੀ ਹੈ। ਮੇਰਾ ਸਵਾਲ ਤੁਹਾਨੂੰ ਹੋਰ ਕਰਨੇ ਨੇ, ਬਹੁਤ ਸਾਰੇ ਸਵਾਲ ਨੇ, ਪਰ ਸ਼ਰਮਾ ਜੀ ਇੱਕ ਰਿਐਕਸ਼ਨ ਚਾਹੀਦਾ ਤੁਹਾਡਾ ਇਸ ਦੇ ਉੱਪਰ। ਮੈਂ ਉਸ ਤੋਂ ਬਾਅਦ ਕਾਂਗਰਸ ਔਰ ਅਕਾਲੀ ਦਲ ਦਾ ਰੁਖ ਕਰਾਂਗਾ। ਦੇਖੋ ਜਿਹੜੀ ਗੱਲ ਤੇ ਮੈਂ ਲੈ ਕੇ ਆਉਣਾ ਚਾਹੁੰਦਾ, ਕੰਗ ਸਾਹਿਬ ਆਉਂਦੇ ਨਹੀਂ ਬਈ। ਜੁਰਮ ਕੀਤਾ ਨਾ, ਕਿਸੇ ਵਿਧਾਇਕ ਨੂੰ ਖਰੀਦਣ ਦੀ ਆਫਰ ਕਰਨਾ ਜੁਰਮ ਹੈ। ਐਫਆਈਆਰ ਕਿਉਂ ਨਹੀਂ ਰਜਿਸਟਰ ਹੋ ਰਹੀ? ਪਰਚਾ ਕਿਉਂ ਨਹੀਂ ਰਜਿਸਟਰ ਹੋ ਰਿਹਾ? ਕਿਹਦਾ ਇੰਤਜ਼ਾਰ ਕਰ ਰਹੇ ਆ? ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਤੁਰੰਤ ਐਫਆਈਆਰ ਰਜਿਸਟਰ ਕਰੇ, ਜਿਹੜੇ ਬੰਦੇ ਨੇ ਆਫਰ ਕੀਤੀ ਆ ਉਹਨੂੰ ਫੜੇ, ਉਹਨੂੰ ਗ੍ਰਿਫਤਾਰ ਕਰੇ। ਇਹ ਐਫਆਈਆਰ ਰਜਿਸਟਰ ਕਰਨਗੇ ਨਹੀਂ ਕਿਉਂਕਿ ਕਿਸੇ ਨੇ ਆਫਰ ਕੀਤੀ ਨਹੀਂ। ਦੂਜੀ ਗੱਲ ਜਿਹੜੀ ਇਹ ਬਾਰ-ਬਾਰ ਕਹਿ ਰਹੇ, ਅਰੇ ਸਾਰਾ ਪੰਜਾਬ ਜਾਣਦਾ ਹੈ ਕਿ ਕੇਜਰੀਵਾਲ ਤੇ ਰਾਘਵ ਚੱਡਾ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੇ ਨੇ ਪੰਜਾਬ 'ਚ। ਰਾਘਵ ਚੱਡੇ ਨੂੰ ਤੁਸੀਂ ਬਰਾਬਰ ਮੁੱਖ ਮੰਤਰੀ ਲਾ ਕੇ ਬਿਠਾਤਾ, ਚੇਅਰਮੈਨ ਬਣਾ ਕੇ। ਉਹਨੂੰ ਕਿਹੜਾ ਮੈਂਡੇਟ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ? ਇਸ ਕਰਕੇ ਇਹ ਝੂਠ ਬੋਲਣ ਦੀ ਰਾਜਨੀਤੀ ਤੇ ਕਰਦੇ ਨੇ ਕੇਜਰੀਵਾਲ। ਉਹ ਇਹੀ ਗੱਲ ਕਹਿੰਦੇ ਨੇ ਕਿ ਤੁਸੀਂ ਦਿੱਲੀ ਵਾਲਾ ਜ਼ਿਕਰ ਕਰ ਰਹੇ ਹੋ ਕਿ ਦਿੱਲੀ ਤੋਂ ਸਾਰੀਆਂ ਪਾਰਟੀਆਂ ਆਪਰੇਟ ਹੁੰਦੀਆਂ ਨੇ, ਤੁਸੀਂ ਇਲਜ਼ਾਮ ਲਗਾਉਂਦੇ ਹੋ। ਦਿੱਲੀ ਤੋਂ ਸਰਕਾਰ ਚਲਾ ਰਹੇ ਨੇ, ਸਾਡੀ ਕਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਹੈ? ਮੱਧ ਪ੍ਰਦੇਸ਼ ਦੀ ਸਰਕਾਰ, ਕੰਗ ਸਾਹਿਬ ਦਾ ਰਿਐਕਸ਼ਨ ਲੈਣਾ। ਕੰਗ ਸਾਰੇ ਚਲਾਉਂਦੇ ਨੇ। ਔਰ ਦੂਜੀ ਗੱਲ ਕਰਾਂ, ਇਹਨਾਂ ਮਹਾਰਾਸ਼ਟਰ ਦਾ ਜ਼ਿਕਰ ਕੀਤਾ। ਜਿਸ ਪ੍ਰਕਾਰ ਉद्धਵ ਠਾਕਰੇ ਦੇ ਅਹੰਕਾਰ ਦੇ ਕਰਕੇ ਸ਼ਿਵ ਸੈਨਾ ਟੁੱਟੀ ਸੀ, ਉਦਾਂ ਹੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡੇ ਦੇ ਅਹੰਕਾਰ ਦੇ ਕਰਕੇ, ਪੰਜਾਬੀਆਂ ਨਾਲ ਕੀਤੀ ਬਦਸਲੂਕੀ ਕਰਕੇ ਆਮ ਆਦਮੀ ਪਾਰਟੀ ਟੁੱਟੇਗੀ। ਖਿਆਲ ਜੀ ਔਰ ਕਲੇਰ ਜੀ ਥੋੜਾ ਜਿਹਾ ਵੇਟ ਕਰੋ, ਮੈਂ ਤੁਹਾਡੇ ਕੋਲ ਆਉਣਾ। ਕੰਗ ਜੀ ਇੱਕ ਛੋਟਾ ਜਿਹਾ ਰਿਐਕਸ਼ਨ ਦਿਓ। ਦੇਖੋ, ਪਹਿਲੀ ਗੱਲ ਤੇ ਮੈਂ ਬੜਾ ਸਪਸ਼ਟ ਕਰਦਾ, ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਹੈ। ਰਾਘਵ ਚੱਡਾ ਜੀ ਦਾ ਨਾ ਸਿਰਫ ਸਰਕਾਰ ਬਲਕਿ ਜਿਹੜਾ ਪੰਜਾਬ ਦੀ ਜਥੇਬੰਦੀ ਹੈ ਨੂੰ ਬਣਾਉਣ 'ਚ ਬਹੁਤ ਅਹਿਮ ਯੋਗਦਾਨ ਹੈ। ਮਾਨ ਸਾਹਿਬ, ਰਾਘਵ ਚੱਡਾ ਜੀ, ਅਰਵਿੰਦ ਕੇਜਰੀਵਾਲ ਜੀ, ਸੰਦੀਪ ਪਾਠਕ, ਸਾਰੀ ਲੀਡਰਸ਼ਿਪ ਮਿਲ ਕੇ ਹੀ ਪਾਰਟੀ ਚਲਾਉਂਦੀ। ਇੱਕ ਗੱਲ। ਦੂਜੀ ਗੱਲ ਇਹ ਕਹਿੰਦੇ ਕਾਰਵਾਈ ਵੀ ਕਰਾਂਗੇ। ਇਹਨਾਂ ਦੇ ਲੀਡਰ ਜਿਹੜੇ ਰੀਸੈਂਟਲੀ ਇਹਨਾਂ ਨੇ ਰਾਣਾ ਸੋਢੀ ਦੀ ਭਰਤੀ ਕੀਤੇ ਆ ਨਾ ਬੀਜੇਪੀ ਦੇ, ਉਹਨਾਂ ਨੇ ਆਪ ਕਿਹਾ ਸੀ ਗੌਰਵ ਜੀ 2 ਮਹੀਨੇ ਪਹਿਲਾਂ, ਅਸੀਂ 15-20 ਐਮਐਲਏ ਨੂੰ ਆਪ ਸੰਪਰਕ ਕੀਤਾ ਹੈ। ਆਪ ਇਹ ਰਾਣਾ ਸੋਢੀ ਦੀ ਔਨ ਰਿਕਾਰਡ ਸਟੇਟਮੈਂਟ ਹੈ। ਇਸ ਕਰਕੇ ਬੀਜੇਪੀ ਕਾਰਵਾਈ ਕਿਉਂ ਨਹੀਂ ਕਰ ਰਹੇ? ਤੁਹਾਨੂੰ ਸਭ ਲੋਕ ਜਾਣਦੇ ਆ, ਇਹਨਾਂ ਨੇ ਐਮਐਲਏ ਛੱਡੇ, ਇਹਨਾਂ ਨੇ ਚੁਣੀਆਂ ਹੋਈਆਂ ਪੰਜਾਬ ਪੁਲਿਸ ਤੁਹਾਡੇ ਇਖਤਿਆਰ 'ਚ ਹੈ।
ਇਹਨਾਂ ਨੇ 35 ਐਮਐਲਏ ਨੂੰ ਪੰਜਾਬ ਦਿਆਂ ਨੂੰ 35 ਨੂੰ 25 ਕਰੋੜ ਆਮ ਆਦਮੀ ਪਾਰਟੀ ਨੂੰ, ਔਰ ਇਹ ਵੀ ਕਿਹਾ ਕਿ 15-20 ਬੰਦੇ ਤੇ ਅਸੀਂ ਬਾਕੀ ਇਧਰੋਂ ਉਧਰੋਂ ਕਰ ਲੈਣੇ ਆ, 35 ਬੰਦਿਆਂ ਨੂੰ 25 ਕਰੋੜ ਨਾਲ, ਯਾਨੀ ਕਿ ਇਹ ਲਾ ਲਓ ਹਿਸਾਬ ਤੁਸੀਂ 1300-1400 ਕਰੋੜ ਰੁਪਇਆ ਇਹਨਾਂ ਨੇ ਪੰਜਾਬ ਵਾਸਤੇ ਆਪਰੇਸ਼ਨ ਲੋਟਸ, ਚਲੋ ਜਿਹਨੂੰ ਇਹ ਬੜੇ ਪ੍ਰਾਊਡਲੀ ਕਹਿੰਦੇ ਆ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਰਿਐਕਟ ਕਰਿਓ। ਚਿੱਕਰ ਬਣ ਗਿਆ। ਠੀਕ ਹੈ, ਹਰਪਾਲ ਚੀਮਾ ਜੀ 10 ਕਹਿ ਰਹੇ ਸੀ, ਕੰਗ ਸਾਹਿਬ 35 ਕਹਿ ਰਹੇ ਆ, ਨਹੀਂ ਉਹ ਵੀ ਇਹੀ ਗਣਿਤ ਸਮਝਾ ਰਹੇ ਸੀ, ਲੇਕਿਨ ਮੈਂ ਪਰ ਪੁਆਇੰਟ ਇਹ ਹੈ ਗੌਰਵ ਜੀ ਕਿ ਉਹਨਾਂ ਐਮਐਲਏਆਂ ਦੀ ਸਟੇਟਮੈਂਟ ਰਿਕਾਰਡ ਕਿਉਂ ਨਹੀਂ ਹੋਈ ਹਜੇ ਤੱਕ ਡੀਜੀਪੀ ਸਾਹਿਬ ਨੇ ਕਿਸੇ ਦੀ ਡਿਊਟੀ ਲਗਾ ਕੇ ਕਿਉਂ ਨਹੀਂ ਭੇਜਿਆ ਸਟੇਟਮੈਂਟ? ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਐਡਾ ਵੱਡਾ ਜੁਰਮ ਹੋਇਆ ਹੈ, 6 ਘੰਟੇ ਹੋ ਗਏ, ਹਜੇ ਤੱਕ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ, ਡੀਜੀਪੀ ਪੰਜਾਬ ਕੀ ਕਰ ਰਹੇ ਨੇ, ਕਿਉਂ ਉਹਨਾਂ ਐਮਐਲਏ ਦੀ ਸਟੇਟਮੈਂਟ ਰਿਕਾਰਡ ਨਹੀਂ ਕੀਤੀ ਜਾ ਰਹੀ? ਜੀ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਇਸ ਗੱਲ ਦੇ ਉੱਤੇ ਰਿਐਕਸ਼ਨ ਲਵਾਂਗਾ। ਐਫਆਈਆਰ ਵਾਲੇ ਪੁਆਇੰਟ ਦੇ ਉੱਤੇ ਬਾਰ-ਬਾਰ ਕੰਗ ਸਾਹਿਬ ਉਹ ਸਵਾਲ ਪੁੱਛ ਰਹੇ ਨੇ, ਪਰ ਥੋੜਾ ਜਿਹਾ ਵੇਟ ਕਰਿਓ, ਤੁਸੀਂ ਇਕੱਠੇ ਰਿਐਕਟ ਕਰਿਓ। ਮੈਂ ਇੱਕ ਵਾਰੀ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਮੈਂ ਥੋੜਾ ਜਿਹਾ ਗਣਿਤ ਸਮਝਣ ਦੀ ਕੋਸ਼ਿਸ਼ ਕਰਾਂ। ਪੰਜਾਬ ਦੇ ਵਿੱਚ 59 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਨੂੰ, ਤੇ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਕਿ 35 ਵਿਧਾਇਕਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਹੈ, ਬਾਕੀ ਇਧਰੋਂ ਉਧਰੋਂ ਕਰ ਲੈਣੇ ਨੇ। ਤਾਂ ਕਾਂਗਰਸ ਵਾਲੇ ਪਾਸੇ ਉਂਗਲ ਹੈ ਕਿ ਕਾਂਗਰਸ ਵਾਲੇ ਵਿਧਾਇਕਾਂ ਨੂੰ ਵੀ ਪੱਟਣ ਦੀ ਕੋਸ਼ਿਸ਼ ਹੋ ਰਹੀ ਹੈ। ਤੁਹਾਡੇ ਵਿਧਾਇਕ ਦੇ ਕੋਲ ਕਿਸੇ ਕੋਲ ਫੋਨ ਆਇਆ, ਤੁਹਾਡੇ ਵਿਧਾਇਕ ਨੂੰ ਕਿਸੇ ਨੂੰ ਕੋਈ ਆਫਰ ਆਈ? ਤੇ ਦੂਜੀ ਗੱਲ, ਤੁਸੀਂ ਸ਼ਾਇਦ ਸੁਣੀ ਹੋਏਗੀ ਪ੍ਰੈਸ ਕਾਨਫਰੰਸ, ਚੀਮਾ ਸਾਹਿਬ ਕਹਿੰਦੇ ਕਿ ਕਾਂਗਰਸ ਜਾਂ ਫਿਰ ਟੀਐਮਸੀ ਵਾਲੇ ਵਿਧਾਇਕ ਨਹੀਂ ਹੈ, ਇਹ ਆਮ ਆਦਮੀ ਪਾਰਟੀ ਵਾਲੇ ਵਿਧਾਇਕ ਹੈ, ਇਹ ਨਹੀਂ ਜਾਂਦੇ ਕਿਤੇ। देखो ये तो आम आदमी पार्टी की इनसिक्योरिटी खुलेआम शरेआम दिखाई दे रही है कि 92 एमएलए होने के बावजूद इन्हां नूं डर लग रहा है भी साडी सरकार ना कदे डिग जे। ये तो ज्यादा वड्डा कोई बयान नहीं हो सकता इन्हां दी इनसिक्योरिटी दा। दूजी गल, ये ऑपरेशन लोटस नहीं है गौरव जी, ये ऑपरेशन ते अनपढ़ कौन है, ऑपरेशन झाड़ू है ये। क्योंकि आम आदमी पार्टी हर एक फ्रंट पे फेल हुई है, चाहे देखो एनआईए ने रेड्स की, आम आदमी पार्टी फेल हुई ता करनी पई। गवर्नर साहब बॉर्डर डिस्ट्रिक्ट्स गए क्योंकि आम आदमी पार्टी अपनी ड्यूटीज फेल हुई। इन्हां दे एमएलएज, इन्हां दे मिनिस्टर्स, लीडर्स दियां वीडियोस, रिकॉर्डिंग्स, स्कैंडल्स, करप्शनस की सामने आउंदा है, ਤਾਂ ਕਰਕੇ ਸਾਰਾ ਧਿਆਨ ਭਟਕਾਉਣ ਲਈ ਇਹਨਾਂ ਨੇ ਆ ਇਸ਼ੂ ਦੀ ਗੱਲ ਕੀਤੀ। ਹੁਣ ਮੈਂ ਇਹਨਾਂ ਨੂੰ ਪੁੱਛਦਾ 2-3 ਚੀਜ਼ਾਂ। ਕੰਗ ਸਾਹਿਬ ਸਵਾਲ ਲਿਖ ਲਿਓ ਤੇ ਜਵਾਬ ਜ਼ਰੂਰ ਦਿਓ। ਨੰਬਰ 1, 2 ਸੀਟਾਂ ਬੀਜੇਪੀ ਦੀਆਂ ਪੰਜਾਬ ਦੇ ਵਿੱਚ, 59 seats are required for them to form government। 57 ਜਾਣੇ ਤਾਂ ਉਹ ਪਹੁੰਚ ਕਰ ਨਹੀਂ ਸਕਦੇ। 57 ਜਾਣੇ ਦਾ ਕਹਿਣਾ ਤੇ ਸੋਚਣਾ ਵੀ ਆਈ ਥਿੰਕ ਇਜ਼ ਇਲੌਜੀਕਲ, ਇਜ਼ ਐਬਸਰਡ। ਲੇਕਿਨ ਚੀਮਾ ਸਾਹਿਬ ਕਹਿੰਦੇ ਕਿ ਸਾਡੇ 6 ਤੋਂ 7 ਜਿਹੜੇ ਐਮਐਲਏਜ਼ ਹੈ ਡਾਇਰੈਕਟਲੀ ਅਪਰੋਚ ਹੋਏ ਹੈ। ਪਹਿਲਾਂ ਤਾਂ ਕੰਗ ਸਾਹਿਬ ਇਹ ਗੱਲ ਦੱਸੋ, ਤੁਹਾਨੂੰ ਪਤਾ ਹੋਊਗਾ, ਤੁਸੀਂ ਲਾਅ ਕੀਤੀ ਹੈ ਕਿ ਬ੍ਰਾਈਬ ਕਰਨਾ ਆਪਦੇ ਆਪ ਦੇ ਵਿੱਚ ਆਫੈਂਸ ਹੈ, ਚਾਹੇ ਐਕਸੈਪਟ ਹੋਵੇ ਚਾਹੇ ਨਾ ਹੋਵੇ। ਜਦੋਂ ਤੁਹਾਡੇ ਐਮਐਲਏ ਨੂੰ ਬ੍ਰਾਈਬ ਆਫਰ ਹੋਗੀ, ਸ਼ਰੇਆਮ ਖੁੱਲੇਆਮ ਡਾਇਰੈਕਟ ਵਰਡ ਦਾ ਯੂਜ਼ ਹੋਇਆ ਤੇ ਤੁਹਾਡੇ ਐਮਐਲਏ ਜੇ ਐਕਸ਼ਨ ਨਹੀਂ ਲੈ ਸਕੇ ਕਰਪਸ਼ਨ ਦੇ ਖਿਲਾਫ, ਉਹ ਬ੍ਰਾਈਬ ਦੇ ਖਿਲਾਫ, ਉਹ ਵੈਂਡਰਸ ਦੇ ਖਿਲਾਫ, ਤਾਂ ਪੰਜਾਬ ਚੋਂ ਕਿਹੜੀ ਕਰਪਸ਼ਨ ਤੁਸੀਂ ਖਤਮ ਕਰੋਗੇ? ਗੱਲ ਨੰਬਰ 2, ਇਹ ਦੇਖੋ ਪ੍ਰੈਸ ਕਾਨਫਰੰਸ ਕਰ ਸਕਦੇ ਹੈ, ਡਿਬੇਟਸ ਕਰ ਸਕਦੇ ਹੈ, ਲੇਕਿਨ ਐਕਸ਼ਨ ਨਹੀਂ ਲੈਣਗੇ। ਹੁਣ ਚੀਮਾ ਸਾਹਿਬ ਨੇ ਕੀ ਕਿਹਾ, ਕਹਿੰਦੇ 1375 ਕਰੋੜ ਰੁਪਇਆ ਪੰਜਾਬ ਦੇ ਵਿੱਚ ਪਿਆ ਹੈ ਜੋ ਸਾਡੇ ਐਮਐਲਏਜ਼ ਨੂੰ ਪੋਚਕਣ ਲਈ ਹੈ। ਪਹਿਲੀ ਗੱਲ ਤਾਂ ਗਣਿਤ ਹੀ ਗਲਤ ਹੈ, ਮੈਥਸ ਹੀ ਗਲਤ ਕੀਤਾ ਹੈ। ਝੂਠ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖ ਤਾਂ ਲਿਆ ਕਰੋ, ਮੈਥਸ ਤਾਂ ਕਰ ਲਿਆ ਕਰੋ। ਜੇ ਆਪਾਂ 57 ਐਮਐਲਏਜ਼ ਦੇ ਹਿਸਾਬ ਨਾਲ ਚੱਲੀਏ ਪੋਚ ਕਰਨੇ ਪੈਣ ਸਰਕਾਰ ਬਣਾਉਣ ਲਈ, ਤਾਂ 1425 ਕਰੋੜ ਰੁਪਇਆ ਲੱਗੂਗਾ 25 ਕਰੋੜ ਦੇ ਹਿਸਾਬ ਨਾਲ। ਉਹ ਵੀ ਇਹਨਾਂ ਨੇ ਗਲਤ ਬੋਲਿਆ। ਅੱਛਾ, ਜੇ ਪਿਆ ਪੰਜਾਬ ਦੇ ਵਿੱਚ, ਕੰਗ ਸਾਹਿਬ ਇੱਥੇ ਦੱਸ ਕੇ ਜਾਇਓ ਡਿਬੇਟ ਦੇ ਵਿੱਚ, ਪ੍ਰੈਸ ਕਾਨਫਰੰਸ ਕਰ ਲਈ, ਤੁਸੀਂ ਰੇਡ ਕਿਉਂ ਨਹੀਂ ਇਨੀਸ਼ੀਏਟ ਕਰਵਾਈ? ਤੁਸੀਂ ਵਿਜੀਲੈਂਸ ਨੂੰ ਕਿਉਂ ਨਹੀਂ ਕਿਹਾ? ਤੁਸੀਂ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਕਿਹਾ ਵੀ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਓ? ਇੱਥੇ ਪੰਜਾਬ ਦੇ ਵਿੱਚ ਪੈਸਾ ਪਿਆ, ਇਹ ਤਾਂ ਤੁਹਾਨੂੰ ਐਕਸਪੋਜ਼ ਕਰਦੀ ਹੈ ਇਹ ਚੀਜ਼ ਵੀ ਸਰਕਾਰ ਚ ਹੋਣ ਦੇ ਬਾਵਜੂਦ ਤੁਹਾਡੇ ਤੋਂ ਹੋਈ ਕੁਝ ਨਹੀਂ ਰਿਹਾ। ਦਿਸ ਕਾਲਸ ਫॉर योर ਇਨਕੰਪੀਟੈਂਸ। ਤੇ ਨੰਬਰ 6, ਆਮ ਆਦਮੀ ਪਾਰਟੀ ਨੂੰ ਡੇਗਣ ਲਈ ਆਪਰੇਸ਼ਨ ਲੋਟਸ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਆਪਦੇ ਲੀਡਰਸ ਬਹੁਤ ਵਧੀਆ ਕੰਮ ਕਰ ਰਹੇ, ਜਦੋਂ ਉਹਨਾਂ ਦੀਆਂ ਵੀਡੀਓਜ਼ ਬਾਹਰ ਆਉਂਦੀਆਂ ਨਾ ਹਰ ਰੋਜ਼। ਖੜਿਆਲ ਸਾਹਿਬ, ਤੁਸੀਂ ਬੀਜੇਪੀ ਨੂੰ ਕਲੀਨ ਚਿਟ ਦੇਤੀ। ਨਹੀਂ, ਮੈਂ ਦੱਸਦਾ, ਦੇਖੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਬੀਜੇਪੀ ਨੇ ਗਵਰਨਮੈਂਟ ਟੌਪਲ ਕੀਤੀ ਹੈ, ਜਿਹੜੀਆਂ ਸਟੇਟਸ ਦਾ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਨੇ, ਉਹ ਸਹੀ ਹੈ। ਲੇਕਿਨ ਮੈਨੂੰ ਕੰਗ ਸਾਹਿਬ ਇੰਨੀ ਗੱਲ ਦੱਸ ਦੇ, ਮੈਂ ਮੰਨ ਲੂੰਗਾ। ਮੈਨੂੰ ਕੰਗ ਸਾਹਿਬ ਐਂ ਦੱਸ ਦੇਣ ਵੀ ਤੁਹਾਡੇ ਚੀਮਾ ਸਾਹਿਬ ਕਹਿੰਦੇ ਕਿ ਸਾਡੇ ਐਮਐਲਏ ਨੂੰ ਇਹ ਕਿਹਾ ਗਿਆ ਵੀ ਵੱਡੇ ਬਾਊਜੀ ਨਾਲ ਮੀਟਿੰਗ ਕਰਵਾਵਾਂਗੇ। ਹੁਣ ਜੇ ਬਿਆਨ ਦਿੱਤਾ ਹੈ ਤੁਹਾਡੇ ਫਾਈਨਾਂਸ ਮਿਨਿਸਟਰ ਨੇ, ਇਟਸ ਅ ਵੈਰੀ ਰਿਸਪੌਂਸਿਬਲ ਪੋਸਟ, ਤਾਂ ਇਹ ਗੱਲ ਦੱਸੋ ਕਿਸੇ ਨੇ ਤਾਂ ਸੁਣੀ ਹੈ, ਕਿਸੇ ਨੇ ਕਹੀ ਹੈ? ਕਿਹਨੇ ਸੁਣੀ ਤੇ ਕਿਹਨੇ ਕਹੀ? ਉਹਨਾਂ ਦਾ ਨਾਮ ਦੱਸ ਦਿਓ ਇਹ ਡਿਬੇਟ ਦੇ ਵਿੱਚ, ਤੇ ਉਹਨਾਂ ਦੇ ਖਿਲਾਫ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ? ਇਹ ਗੱਲ ਦਾ ਜਵਾਬ ਦੇ ਦਿਓ। ਤੇ ਨੰਬਰ 6, ਕਹਿੰਦੇ ਲੀਗਲ ਟੀਮ ਨਾ ਸਾਡੀ ਕੰਟੈਂਪਲੇਟ ਕਰ ਰਹੀ ਹੈ ਕੋਰਟ ਦੇ ਵਿੱਚ ਕੀ ਹੋਣਾ, ਉਹ ਕੰਟੈਂਪਲੇਟ ਕਰ ਰਹੇ ਹੋ। ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਸਬੂਤ ਰੱਖੋ, ਲੋਕਾਂ ਦੀ ਕਚਹਿਰੀ ਦੇ ਵਿੱਚ ਤਾਂ ਦੱਸੋ ਕਿ ਕੌਣ ਹੈ, ਕਿਵੇਂ ਹੋਇਆ। ਚਲੋ ਮੈਂ ਇੱਕ ਕਰਕੇ ਜਵਾਬ ਲਵਾਂਗਾ।
ਠੀਕ ਹੈ ਖੜਿਆਲ ਸਾਹਿਬ, ਮੈਂ ਇੱਕ ਇੱਕ ਕਰਕੇ ਜਵਾਬ ਲਵਾਂਗਾ। ਕੰਗ ਜੀ ਜਵਾਬ ਦਿਓ, ਪਰ ਉਸ ਤੋਂ ਪਹਿਲਾਂ ਮੈਂ ਕਲੇਰ ਸਾਹਿਬ ਨੂੰ ਵੀ ਐਡ ਕਰਾਂ, ਬਹੁਤ ਦੇਰ ਦੀ ਇੰਤਜ਼ਾਰ ਕਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕਲੇਰ ਸਾਹਿਬ, ਬਹੁਤ ਸਾਰੇ ਇਲਜ਼ਾਮਾਂ ਦੇ ਵਿੱਚ ਵਾਲੇ ਅਕਾਲੀ ਦਲ ਦਾ ਟੇਕ ਕੀ ਹੈ? ਤੇ ਪੁਆਇੰਟ ਨੰਬਰ 2, ਜਿਹੜੀ ਕੈਲਕੂਲੇਸ਼ਨ ਇਸ ਸਮੇਂ ਸਮਝ ਆ ਰਹੀ ਹੈ ਨਾ, ਤੁਸੀਂ ਵੀ ਬੈਠ ਕੇ ਕੀਤੀ ਹੋਏਗੀ, ਉਹ ਕੈਲਕੂਲੇਸ਼ਨ ਦੇ ਵਿੱਚ 2 ਤੋਂ 3 ਵਿਧਾਇਕ ਘਟਦੇ ਨੇ ਤਾਂ ਫਿਰ ਨਜ਼ਰ ਚਲੀ ਜਾਂਦੀ ਹੈ, ਜੇ ਆਮ ਆਦਮੀ ਪਾਰਟੀ ਦੇ ਮੁਤਾਬਕ ਸੋਚਿਆ ਜਾਵੇ ਜਾਂ ਸਮਝਿਆ ਜਾਵੇ ਕਿ ਜਿਹੜੀ ਕੈਲਕੂਲੇਸ਼ਨ 59 ਤੱਕ ਪਹੁੰਚਣ ਦੀ ਹੋ ਰਹੀ ਹੈ, ਉਸ ਕੈਲਕੂਲੇਸ਼ਨ ਦੇ ਮੁਤਾਬਕ 2 ਤੋਂ 3 ਵਿਧਾਇਕ ਘਟਦੇ ਨੇ, ਫਿਰ ਨਜ਼ਰ ਜਾਂਦੀ ਹੈ ਕਿ ਅਕਾਲੀ ਦਲ ਵਾਲੇ ਪਾਸੇ। ਤਾਂ ਅਕਾਲੀ ਦਲ ਵਾਲੇ ਕਿਸੇ ਵਿਧਾਇਕ ਨੂੰ ਵੀ ਕੋਈ ਅਪਰੋਚ ਹੋਇਆ ਜਾਂ ਨਹੀਂ ਹੋਇਆ? ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਨਾਲ ਐਲੀਗੇਸ਼ਨਸ ਨੂੰ? ਗੌਰਵ ਜੀ, ਸਭ ਤੋਂ ਪਹਿਲੀ ਗੱਲ ਅੱਜ ਇਹ ਹੈਗੀ ਹੈ ਕਿ ਇੱਕ ਗੱਲ ਸਪਸ਼ਟ ਹੈ ਕਿ ਚੀਜ਼ ਉਦੋਂ ਵਿਕਦੀ ਹੈ ਜਦੋਂ ਮੰਡੀ 'ਚ ਆ ਜਾਂਦੀ ਹੈ। ਕੀ ਅੱਜ ਆਮ ਆਦਮੀ ਪਾਰਟੀ ਇਹ ਕਹਿਣਾ ਚਾਹੁੰਦੀ ਹੈ ਕਿ ਇਹਨਾਂ ਦੇ ਵਿਧਾਇਕ ਮੰਡੀ 'ਚ ਆ ਚੁੱਕੇ ਨੇ ਤਾਂ ਬੋਲੀ ਲਾਈ ਜਾ ਰਹੀ ਹੈ? ਔਰ ਦੂਜੇ ਪਾਸੇ ਮੈਂ ਬੜੇ ਸਪਸ਼ਟ ਤੌਰ ਤੇ ਹਰਪਾਲ ਚੀਮਾ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਪ੍ਰੈਸ ਕਾਨਫਰੰਸ ਹਰਪਾਲ ਚੀਮਾ ਜੀ ਨੇ ਕੀਤੀ ਹੈ ਤਾਂ ਉਹ ਵਿਧਾਇਕਾਂ ਨੂੰ ਪ੍ਰੈਸ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਫੋਨ ਆਏ ਸੀ ਕਿ ਹਰਪਾਲ ਚੀਮਾ ਜੀ ਨੂੰ ਵੀ ਫੋਨ ਆਇਆ ਸੀ? ਔਰ ਜਿਹੜੀ ਆਮ ਆਦਮੀ ਪਾਰਟੀ ਇੰਨੀ ਥਿਓਰੈਟਿਕ ਪੋਲਿਟਿਕਸ ਕਰਦੀ ਹੈ, ਜਿਹੜੀ ਆਪਣੇ ਮੰਤਰੀ ਨੂੰ ਇਹ ਕਹਿ ਕੇ ਹਟਾ ਦਿੰਦੀ ਹੈ ਕਿ 5 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ, ਹਾਲਾਂਕਿ ਉਹਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ, ਔਰ ਉਹੀ ਆਮ ਆਦਮੀ ਪਾਰਟੀ ਸਰਾਰੀ ਸਾਹਿਬ ਜਿਨ੍ਹਾਂ ਦੀ ਬੋਰੀਆਂ ਵੇਚਣ ਦੀ ਆਡੀਓ ਵਾਇਰਲ ਹੋ ਗਈ, ਉਹਨਾਂ ਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਲੈਂਦੀ। ਸੋ ਅੱਜ ਕੰਗ ਸਾਹਿਬ ਮੇਰੀ ਇਸ ਗੱਲ ਦਾ ਜਵਾਬ ਦੇਣ ਕਿ ਕੀ ਇਹ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਤਿਆਰੀ ਹੈ? ਕਿਉਂਕਿ ਐਕਸਾਈਜ਼ ਜਿਹੜੀ ਪਾਲਿਸੀ ਦੇ ਵਿੱਚ ਘੁਟਾਲਾ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ। ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੇ ਫੇਲੀਅਰ ਕਰਕੇ ਐਨਆਈਏ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਸਰਾਰੀ ਸਾਹਿਬ ਸ਼ਰੇਆਮ ਰਿਸ਼ਵਤ ਮੰਗ ਰਹੇ ਨੇ, ਸੈਟਲਮੈਂਟ ਕਰ ਰਹੇ ਨੇ, ਉਹ ਸਾਰਿਆਂ ਦੇ ਸਾਹਮਣੇ ਹੈ। ਔਰ ਕੱਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੜੇ ਸ਼ਰੇਆਮ ਇਹ ਗੱਲ ਕਹੀ ਹੈ ਕਿ ਜਿਹੜੇ ਲੋਕਾਂ ਨੇ ਸਿਕਿਉਰਿਟੀ ਡਿਟੇਲਸ ਲੀਕ ਕੀਤੀਆਂ ਉਹ ਸਿੱਧੂ ਮੂਸੇਵਾਲਾ ਦੀ ਮੌਤ ਲਈ ਜ਼ਿੰਮੇਵਾਰ ਨੇ, ਪਰ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਗਿਆ, ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ। ਸੋ ਅੱਜ ਇਹ ਨਵਾਂ ਡਰਾਮਾ ਹਰਪਾਲ ਚੀਮਾ ਜੀ ਲੋਕਾਂ ਦੇ ਸਾਹਮਣੇ ਲੈ ਕੇ ਆਏ ਕਿ ਜੀ 25-25 ਕਰੋੜ ਦੇ ਵਿੱਚ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਤਾਂ ਵਿੱਤ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਪੰਜਾਬ ਪੁਲਿਸ ਕਿਹਦੇ ਅੰਡਰ ਹੈ, ਵਿਜੀਲੈਂਸ ਕਿਹਦੇ ਅੰਡਰ ਹੈ? ਹਾਲੇ ਤੱਕ ਪਰਚਾ ਨਾ ਦਰਜ ਹੋਣਾ, ਵਿਧਾਇਕਾਂ ਦੀਆਂ ਸਟੇਟਮੈਂਟਾਂ ਨਾ ਰਿਕਾਰਡ ਕਰਨਾ, ਗੌਰਵ ਜੀ ਸਿਰਫ ਤੇ ਸਿਰਫ ਇੱਕੋ ਗੱਲ ਦਿਖਾਉਂਦਾ ਹੈ ਕਿ ਗੁਜਰਾਤ ਤੇ ਜਿਹੜੀ ਹਿਮਾਚਲ ਚ ਇਲੈਕਸ਼ਨ ਹੈ ਉੱਥੇ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਭਾਈ ਜੇ ਆਮ ਆਦਮੀ ਪਾਰਟੀ ਦਾ ਐਮਐਲਏ ਬਣੋਗੇ, ਠੱਪਾ ਲਵਾਓਗੇ ਤਾਂ 25 ਕਰੋੜ ਚ ਵਿਕੋਗੇ। ਸੋ ਜੇ ਟਿਕਟ ਲੈਣੀ ਹੈ ਤਾਂ ਉਸ ਹਿਸਾਬ ਨਾਲ ਸਾਡੇ ਨਾਲ ਗੱਲ ਕਰਿਓ। ਸੋ ਕਿਤੇ ਨਾ ਕਿਤੇ ਉੱਥੇ ਵਾਲੀ ਟਿਕਟਾਂ ਦੀ ਰੇਟ ਤੈਅ ਹੋ ਰਹੇ ਨੇ ਪੰਜਾਬ ਦੇ ਵਿੱਚ ਐਸੀ ਘਟੀਆ ਸਤਰ ਦੀ ਰਾਜਨੀਤੀ ਕਰਕੇ। 92 ਐਮਐਲਏ ਹੋਣ ਤੇ ਪਾਰਟੀ ਨੂੰ ਇਹ ਫਿਕਰ ਪੈ ਜਾਏ ਕਿ ਸਾਡੀ ਸਰਕਾਰ ਡਿੱਗ ਰਹੀ ਹੈ, ਇਹਦਾ ਮਤਲਬ ਨਿਕੰਮੀ ਸਰਕਾਰ ਹੈ, ਅਸਤੀਫਾ ਦੇ ਦੇਣਾ ਚਾਹੀਦਾ। ਇਹ ਸਰਕਾਰ ਚਲਾਉਣ ਦੇ ਯੋਗ ਨਹੀਂ, ਕਿਉਂਕਿ ਨਾ ਤਾਂ ਡਿਵੈਲਪਮੈਂਟ ਦੀ ਗੱਲ ਕਰਦੇ ਨੇ, ਨਾ ਨੌਕਰੀਆਂ ਦੀ ਗੱਲ ਕਰਦੇ ਨੇ, ਨਾ ਮੁਫਤ ਬਿਜਲੀ ਦੀ ਗੱਲ ਕਰਦੇ ਨੇ। ਇਹ ਸੋਚਦੇ ਨੇ ਕਿ 5 ਸਾਲ ਡਰਾਮੇ ਕਰਕੇ ਨਿਕਲ ਜਾਣਗੇ, ਪਰ ਪੰਜਾਬ ਇਹਨਾਂ ਨੂੰ ਮਾਫ ਕਰਨ ਵਾਲਾ ਨਹੀਂ। ਠੀਕ ਹੈ ਕੰਗ ਸਾਹਿਬ, ਦੇਖੋ ਵਿਰੋਧੀ ਸਾਰੇ ਤੁਹਾਨੂੰ ਇਹੀ ਕਹਿ ਰਹੇ ਨੇ ਕਿ ਇਹ ਜਿਹੜੇ ਇਲਜ਼ਾਮ ਨੇ ਇੱਕ ਤਰੀਕੇ ਨਾਲ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ। 3-4 ਪੁਆਇੰਟ ਨੇ, ਛੋਟੇ ਛੋਟੇ ਜਵਾਬ ਜ਼ਰੂਰ ਦੇ ਦਿਓ। ਕੈਲਕੂਲੇਸ਼ਨ ਦੇ ਉੱਤੇ ਇਤਰਾਜ਼ ਚੁੱਕ ਦਿੱਤਾ ਖੜਿਆਲ ਸਾਹਿਬ ਨੇ, ਉਸ ਤੋਂ ਬਾਅਦ ਮੰਡੀ ਦਾ ਜ਼ਿਕਰ ਕਰ ਦਿੱਤਾ। ਇੱਥੇ ਇਲਜ਼ਾਮ ਇੱਥੋਂ ਤੱਕ ਲੱਗ ਰਹੇ ਨੇ ਕਿ ਤੁਹਾਡਾ ਫੋਕਸ ਹੈ ਗੁਜਰਾਤ, ਹਿਮਾਚਲ, ਇਸ ਕਰਕੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਇਹ ਪੋਲੀਟੀਕਲ ਸਟੇਟਮੈਂਟਸ ਜਾਰੀ ਕਰ ਰਹੇ ਹੋ। ਦੇਖੋ ਪਹਿਲੀ ਗੱਲ ਤੇ ਗੌਰਵ ਜੀ ਮੈਂ ਫੇਰ ਕਹਾਂ ਵੀ ਬੀਜੇਪੀ ਦੀ ਰੀਸੈਂਟਲੀ ਸਾਰੀ ਰਾਜਨੀਤੀ ਆਪਾਂ ਵੇਖੀ ਹੈ, ਜਦੋਂ ਦੇ ਅਮਿਤ ਸ਼ਾਹ ਔਰ ਮੋਦੀ ਸਾਹਿਬ ਸੈਂਟਰ ਸਟੇਜ 'ਚ ਆਏ ਆ ਬੀਜੇਪੀ ਦੀ ਰਾਜਨੀਤੀ 'ਚ ਦੇਸ਼ ਦੀ, ਇੱਕ ਤੋਂ ਬਾਅਦ ਇੱਕ ਚੁਣੀਆਂ ਹੋਈਆਂ ਸਰਕਾਰਾਂ ਦੀ ਖਰੀਦ ਫਰੋਖਤ ਕੀਤੀ ਹੈ। ਤੇ ਔਨ ਰਿਕਾਰਡ ਗੱਲ ਹੈ ਨਾ, ਹੁਣ ਮੱਧ ਪ੍ਰਦੇਸ਼ 'ਚ ਕੀ ਹੋਇਆ ਕਮਲਨਾਥ ਨਾਲ, ਕਰਨਾਟਕਾ 'ਚ ਕੀ ਹੋਇਆ? ਮੈਂ ਤੁਹਾਨੂੰ ਇੱਕ ਹੋਰ ਸਵਾਲ ਵੀ ਕਰ ਰਿਹਾ, ਮੈਂ ਇੱਕ ਹੋਰ ਦੂਜੀ ਗੱਲ, ਤੁਸੀਂ ਇੱਕ ਸਟੇਟ ਦੱਸੋ ਜਿੱਥੇ 2/3 ਬਹੁਮਤ ਹੋਵੇ। ਤੁਹਾਨੂੰ ਲੱਗਦਾ ਕਿ 2/3 ਬਹੁਮਤ ਦੇ ਨਾਲ ਵੀ ਸਰਕਾਰ ਕਿਸੇ ਪਾਰਟੀ ਦੇ ਲਈ ਬਚਾਉਣੀ ਮੁਸ਼ਕਿਲ ਹੋ ਜਾਏਗੀ? 2/3 ਬਹੁਮਤ ਤੇ ਦਿੱਲੀ ਵੀ ਸੀ, ਇਹਨਾਂ ਦਾ ਆਪਰੇਸ਼ਨ ਲੋਟਸ ਆਪਰੇਸ਼ਨ ਚਿੱਕੜ ਬਣ ਗਿਆ। ਅਸੀਂ ਕਹਿ ਰਹੇ ਪੰਜਾਬ 'ਚ ਵੀ ਚਿੱਕੜ ਬਣ ਗਿਆ, ਬਣਨਾ ਨਹੀਂਗਾ। ਲੇਕਿਨ ਗੱਲ ਜਿਹੜੀ ਆਪਣੇ ਕਾਂਗਰਸ ਵਾਲੇ ਕਹਿ ਰਹੇ ਸੀ, ਮੈਨੂੰ ਹਾਸਾ ਆ ਰਿਹਾ, ਅੱਜ ਸਾਬਿਤ ਹੋ ਗਿਆ ਕਿ ਬੀਜੇਪੀ ਦੀ ਬੀ ਟੀਮ ਕਿਹੜੀ ਆ। ਕਾਂਗਰਸ ਨੇ ਸਾਬਿਤ ਕਰਤਾ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਗੁਜਰਾਤ 'ਚ ਜਾ ਕੇ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ, ਨਕਲੀ ਸ਼ਰਾਬ ਨਾਲ ਜਿੱਥੇ ਸ਼ਰਾਬਬੰਦੀ ਆ, ਲੋਕ ਮਰ ਰਹੇ, ਜਿੱਥੇ ਬੀਜੇਪੀ ਦਾ 27 ਸਾਲ ਦਾ ਕਰਪਟ ਰੂਲ ਹੈ ਦੇ ਖਿਲਾਫ ਆਵਾਜ਼ ਉਠਾ ਰਹੇ, ਤੇ ਰਾਹੁਲ ਗਾਂਧੀ ਕੇਰਲਾ 'ਚ ਜਾ ਕੇ ਰੈਲੀਆਂ ਕਰ ਰਹੇ ਆ। ਅੱਜ ਸਾਬਿਤ ਹੋ ਗਿਆ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਬੀਜੇਪੀ ਦੀ ਬੀ ਟੀਮ ਹੈ। ਦੂਜੀ ਜੀ ਗੱਲ ਮੈਂ ਅਕਾਲੀ ਦਲ ਵਾਲੇ ਵੀਰ ਦਾ ਵੀ ਦੱਸਦਾ, ਇਹ ਕਹਿੰਦੇ ਐਨਆਈਏ ਦੀ ਰੇਡ, ਇਹ ਕਹਿੰਦੇ ਜੀ ਐਕਸਾਈਜ਼ ਪਾਲਿਸੀ। ਦੇਖੋ ਐਕਸਾਈਜ਼ ਪਾਲਿਸੀ 'ਚ
ਮੋਨੋਪੋਲੀ ਖਤਮ ਹੋਈ ਆ, ਕੁਝ ਘਰਾਣਿਆਂ ਦੀ ਜਿਹੜੀ ਗੁੰਡਾਗਰਦੀ ਸੀ, ਦਾਦਾਗਿਰੀ ਸੀ, ਜਿਹੜੇ ਪ੍ਰਾਈਵੇਟ ਜੇਬਾਂ 'ਚ ਪੈਸਾ ਜਾ ਰਿਹਾ ਸੀ, ਉਹ ਖਤਮ ਹੋਈ ਆ। ਚਲੋ ਮੈਂ ਕੋਸ਼ਿਸ਼ ਕਰ ਰਿਹਾ ਕਿ ਡੀਰੇਲ ਨਾ ਹੋ ਜਾਏ ਮਸਲਾ, ਡੀਰੇਲ ਨਾ ਹੋ ਜਾਏ। ਜਿਹੜਾ ਐਨਆਈਏ ਦੀ ਗੱਲ ਨੇ ਗੱਲ ਕੀਤੀ ਜੀ, ਐਨਆਰਆਈ ਦੀ ਗੱਲ ਕੀਤੀ, ਐਨਆਈਏ ਦੀ ਦੇਖੋ ਪੰਜਾਬ 'ਚ ਜਿਸ ਤਰੀਕੇ ਨਾਲ ਸਾਡੇ ਐਮਐਲਏ ਨੂੰ ਇਹ ਗੱਲ ਕਹੀ ਵੀ ਤੁਹਾਨੂੰ ਵੱਡੇ ਬਾਊਜੀ ਨਾਲ ਤਾਲੀਬਾਨ ਕਿਹਨੂੰ ਕਿਹਾ ਇੱਕ ਕਰਕੇ ਪਲੀਜ਼, ਮੈਂ ਖੜਿਆਲ ਸਾਹਿਬ ਤੁਹਾਡੇ ਕੋਲ ਆ ਰਿਹਾ, ਸਾਰੇ ਦੇਸ਼ ਮੈਂ ਤੁਹਾਡੇ ਕੋਲ ਆ ਰਿਹਾ ਪਲੀਜ਼। ਪੰਜਾਬ ਜਿਸ ਨਹੀਂ ਕੰਗ ਜੀ ਇੱਕ ਛੋਟਾ ਜਿਹਾ ਜਵਾਬ ਦੇ ਦਿਓ। ਦੇਖੋ ਸੁਭਾਸ਼ ਸ਼ਰਮਾ ਜੀ ਵੀ ਕੁਝ ਕਹਿਣਾ ਚਾਹ ਰਹੇ ਨੇ, ਚਲੋ ਮੈਂ ਪੁਆਇੰਟ ਦੇ ਉੱਤੇ ਵਾਪਸ ਆਵਾਂ, ਮੈਂ ਅੱਜ ਵਾਲੇ ਮੁੱਦੇ ਦੇ ਉੱਤੇ ਵਾਪਸ ਆਵਾਂ। ਨਹੀਂ ਦੇਖੋ ਇੱਕ ਪੁਆਇੰਟ, ਇੱਕ ਕੰਗ ਜੀ ਇੱਕ ਸੈਕਿੰਡ, ਦੇਖੋ ਬਹੁਤ ਕਲੀਅਰ ਗੱਲ ਹੁੰਦੀ ਹੈ ਕਿ ਜੇਕਰ ਕੋਈ ਰਿਸ਼ਵਤ ਆਫਰ ਵੀ ਕਰ ਰਿਹਾ ਹੈ ਤਾਂ ਕ੍ਰਾਈਮ ਤਾਂ ਉਹ ਵੀ ਹੈ, ਤਾਂ ਪਰਚਾ ਦਰਜ ਕਿਉਂ ਨਹੀਂ ਹੋਇਆ? ਤੁਹਾਡੇ ਵਿਰੋਧੀ ਇਹੀ ਸਵਾਲ ਚੁੱਕ ਰਹੇ ਨੇ ਕਿ ਕਾਰਵਾਈ ਕਿਉਂ ਨਹੀਂ ਹੋਈ? ਗੌਰਵ ਜੀ ਅਸੀਂ ਕਹਿ ਰਹੇ ਹਾਂ ਵੀ ਕਾਰਵਾਈ ਕੀ, ਸਾਡੇ ਕੋਲ ਆਡੀਓ ਔਰ ਵੀਡੀਓ ਸਬੂਤ ਹੈ, ਅਸੀਂ ਰੱਖਾਂਗੇ ਪਬਲਿਕ ਡੋਮੇਨ ਚ ਵੀ, ਪਬਲਿਕ ਡੋਮੇਨ ਚ ਰੱਖਨੇ ਆ। ਜੁਰਮ ਹੋਇਆ ਤੇ ਸਰਕਾਰ ਦਾ ਪਹਿਲਾ ਕੰਮ ਹੈ ਕਿ ਐਫਆਈਆਰ ਰਜਿਸਟਰ ਕਰਨਾ, ਸਰਕਾਰ ਦਾ ਕੰਮ ਪ੍ਰੈਸ ਕਾਨਫਰੰਸ ਕਰਨਾ ਨਹੀਂ ਹੈ, ਸਰਕਾਰ ਦਾ ਕੰਮ ਹੈ ਜੁਰਮ ਰੋਕਣ ਲਈ। ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਮੈਂ ਸ਼ਰਮਾ ਜੀ ਤੁਹਾਡੇ ਕੋਲ ਆਣਾ, ਕੰਗ ਜੀ ਕੰਪਲੀਟ ਕਰ ਲਓ ਤੁਸੀਂ ਪਲੀਜ਼, ਠੀਕ ਹੈ ਕੰਪਲੀਟ ਕਰ ਲਓ ਤੁਸੀਂ ਇੱਕ ਵਾਰ, ਹੁਣ ਤੁਹਾਡੀ ਵੀ ਉਮਰ ਹੋ ਗਈ ਕਾਫੀ, ਸਿਆਣੇ ਬਣੋ, ਥੋੜੇ ਸਿਆਣੇ ਬਣੋ, ਤੁਸੀਂ ਕਰ ਲਓ ਇੱਕ ਵਾਰ ਕੰਪਲੀਟ ਕਰ ਲਓ। ਨਹੀਂ ਮੈਂ ਵਿੱਚ ਨਹੀਂ ਬੋਲਦਾ, ਮੈਂ ਸੁਭਾਸ਼ ਜੀ ਵਿੱਚ ਨਹੀਂ ਬੋਲਦਾ, ਠੀਕ ਹੈ ਟਾਈਮ ਨਾ ਖਰਾਬ ਹੋਵੇ ਪਲੀਜ਼। ਮੈਂ ਕਦੀ ਤੁਹਾਡੀ ਡਿਬੇਟ ਡਿਸਟਰਬ ਨਹੀਂ ਕਰੂੰਗਾ, ਮੈਂ ਤੁਹਾਡੀ ਕਦੀ ਵੀ। ਦੇਖੋ ਜਿਹੜੀ ਗੱਲ ਹੈ, ਮੈਂ ਪਹਿਲਾਂ ਵੀ ਕਿਹਾ ਔਰ ਇਵਨ ਚੀਮਾ ਸਾਹਿਬ ਨੇ ਵੀ ਆਪਣੀ ਕਾਨਫਰੰਸ ਚ ਕਿਹਾ ਹੈ, ਸਾਡੇ ਕੋਲ ਆਡੀਓ ਔਰ ਵੀਡੀਓ ਵੀ ਰਿਕਾਰਡ ਹੈ, ਇਹ ਗੱਲ ਨਹੀਂ ਹੈ, ਔਰ ਦਿੱਲੀ ਦਾ ਵੀ ਰਿਕਾਰਡ ਹੈ, ਔਰ ਦਿੱਲੀ ਚ ਵੀ ਜਿਸ ਤਰੀਕੇ ਨਾਲ 800 ਕਰੋੜ ਰੁਪਏ ਇਹਨਾਂ ਨੇ ਰੱਖਿਆ, ਇਹ ਤੇ ਜਗ ਜ਼ਾਹਿਰ ਹੈ ਉਹਨਾਂ ਦਾ ਮਕਸਦ ਇੱਕ ਹੀ ਆ ਕਿ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੀ ਰਾਜਨੀਤੀ ਨੂੰ ਰੋਕਣਾ ਹੈ। ਜਿਸ ਤਰੀਕੇ ਨਾਲ ਉਹ ਚੁਣੌਤੀ ਪੇਸ਼ ਹੋਈ ਹੈ ਭਾਜਪਾ ਦੇ ਸਾਹਮਣੇ, ਜਿਸ ਤਰੀਕੇ ਨਾਲ ਮੋਦੀ ਸਾਹਿਬ ਦੀ ਝੂਠ ਦੀ ਰਾਜਨੀਤੀ ਉਜਾਗਰ ਕਰਤੀ ਲੋਕਾਂ 'ਚ, ਇਸ ਕਰਕੇ ਡਰੇ ਹੋਇਆ, ਇਸ ਕਰਕੇ ਵਾਰ-ਵਾਰ ਕੋਸ਼ਿਸ਼ ਕਰਦੇ। ਲੇਕਿਨ ਚਲੋ ਮੈਂ ਹੁਣ ਜਵਾਬ ਲੈ ਲਵਾਂ, ਸ਼ਰਮਾ ਜੀ ਦੇਖੋ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ, ਪਰ ਤੁਹਾਡੇ ਉੱਤੇ ਇਲਜ਼ਾਮ ਇਹ ਹੈ ਕਿ ਤੁਸੀਂ ਡਰਦੇ ਸਿਰਫ ਕੇਜਰੀਵਾਲ ਤੋਂ, ਕਿ ਬੀਜੇਪੀ ਸਿਰਫ ਕੇਜਰੀਵਾਲ ਤੋਂ ਡਰਦੀ ਹੈ, ਇਸ ਕਰਕੇ ਸਾਰਾ ਫੋਕਸ ਉਸ ਵਾਲੇ ਪਾਸੇ ਜਾ ਕੇ ਬੀਜੇਪੀ ਨੇ ਕਰ ਦਿੱਤਾ। ਦੇਖੋ ਅਸੀਂ ਤਾਂ ਨਹਿਰੂ ਤੋਂ ਨਹੀਂ ਡਰੇ ਜਦੋਂ ਕਾਂਗਰਸ ਦਾ ਐਡਾ ਰਾਜ ਸੀ, ਅਸੀਂ ਤਾਂ ਇੰਦਰਾ ਗਾਂਧੀ ਕੋਲ ਨਹੀਂ ਡਰੇ ਜਿਹੜੀ 2/3 ਬਹੁਮਤ ਨਾਲ ਸਰਕਾਰ ਸੀ, ਤੇ ਕੇਜਰੀਵਾਲ ਤੇ ਕਿਹੜੇ ਖੇਤ ਦੀ ਮੂਲੀ ਹੈ। ਅਸਲੀ ਗੱਲ ਹੈ ਜਿੱਤੇ ਕੰਗ ਸਾਹਿਬ ਨਹੀਂ ਆਉਣਾ ਚਾਹੁੰਦੇ, ਜਿਸ ਤੇ ਮੈਂ ਲੈ ਕੇ ਆਉਣਾ ਚਾਹੁੰਦਾ ਹੈ। ਦੇਖੋ ਕੋਈ ਵੀ ਜੁਰਮ ਹੁੰਦਾ ਹੈ, ਕਹਿੰਦੇ ਸਾਡੇ ਕੋਲ ਆਡੀਓ ਵੀ ਹੈ, ਵੀਡੀਓ ਵੀ ਹੈ, ਕੰਗ ਸਾਹਿਬ ਨੇ ਹੁਣੇ ਤੁਹਾਡੇ ਚੈਨਲ 'ਚ ਬੋਲਿਆ, ਔਰ ਰਿਕਾਰਡ ਸੰਭਾਲ ਕੇ ਰੱਖ ਲੈਣਾ। ਤੁਹਾਨੂੰ ਯਾਦ ਹੋਏਗਾ ਜਦੋਂ ਇਹਨਾਂ ਨੇ ਆਪਣੇ ਹੈਲਥ ਮਿਨਿਸਟਰ ਦੇ ਖਿਲਾਫ ਐਫਆਈਆਰ ਕੀਤੀ ਤੇ ਭਗਵੰਤ ਮਾਨ ਸਾਹਿਬ ਨੇ ਉਦੋਂ ਵੀ ਆਪਣੀ ਵੀਡੀਓ 'ਚ ਕਿਹਾ ਸੀ ਕਿ ਸਾਡੇ ਕੋਲੇ ਸਬੂਤ ਹੈ, ਮੇਰੇ ਕੋਲੇ ਆਡੀਓ ਹੈ ਔਰ ਮੇਰੇ ਕੋਲੇ ਸਾਰਾ ਰਿਕਾਰਡ ਹੈ, ਮੇਰੇ ਕੋਲੇ ਮੰਨ ਕੇ ਗਏ ਨੇ ਹੈਲਥ ਮੰਤਰੀ ਸਾਹਿਬ ਕਿ ਮੈਂ ਕੀਤਾ, ਇਸ ਕਰਕੇ ਮੈਂ ਇਹਨਾਂ ਨੂੰ ਬਰਖਾਸਤ ਕਰ ਰਿਹਾ। ਹਾਈ ਕੋਰਟ ਦੇ ਅੰਦਰ ਇੱਕ ਵੀ ਸਬੂਤ ਇਹਨਾਂ ਨੇ ਪੇਸ਼ ਨਹੀਂ ਕੀਤਾ, ਨਾ ਇਹਨਾਂ ਨੇ ਕੋਈ ਆਡੀਓ ਪੇਸ਼ ਕੀਤੀ, ਔਰ ਹਾਈ ਕੋਰਟ ਨੇ ਕਿਹਾ ਕਿ ਕੋਈ ਸਬੂਤ ਪੇਸ਼ ਨਹੀਂ ਕਰ ਸਕੇ, ਜ਼ਮਾਨਤ ਦੇਤੀ, ਝੂਠ ਸਾਬਤ ਹੋ ਗਿਆ ਇਹਨਾਂ ਦਾ। ਹੁਣ ਇਹ ਕਹਿ ਰਹੇ ਨੇ ਸਾਡੇ ਕੋਲ ਆਡੀਓ ਵੀ ਹੈ, ਵੀਡੀਓ ਵੀ ਹੈ। ਮੈਂ ਇਹ ਪੁੱਛਣਾ ਚਾਹਨਾ ਕਿ ਜੁਰਮ ਕਰਨ ਵਾਲਾ ਦੋਸ਼ੀ ਹੈ ਤੇ ਜੁਰਮ ਦੇ ਸਬੂਤ ਹੋਣ ਦੇ ਬਾਵਜੂਦ ਉੱਤੇ ਕਾਰਵਾਈ ਨਾ ਕਰਨ ਵਾਲਾ ਇਹਨਾਂ ਦੇ ਮੰਤਰੀ, ਇਹਨਾਂ ਦੇ ਪੁਲਿਸ ਦੇ ਅਫਸਰ ਦੋਸ਼ੀ ਕਿਉਂ ਨਹੀਂ ਹੈ? ਕਿਉਂ ਹਜੇ ਤੱਕ ਐਫਆਈਆਰ ਰਜਿਸਟਰ ਨਹੀਂ ਹੋਈ? ਜੇ ਆਡੀਓ ਹੈ, ਵੀਡੀਓ ਹੈ, ਜੁਰਮ ਦੇ ਸਾਰੇ ਸਬੂਤ ਹੈ, ਤੇ ਕਿਹਦਾ ਇੰਤਜ਼ਾਰ ਹੋ ਰਿਹਾ ਐਫਆਈਆਰ ਰਜਿਸਟਰ ਕਰਨ ਲਈ? ਕਹਿੰਦੇ ਅਸੀਂ ਦੇਖ ਰਹੇ ਹਾਂ ਚੀਜ਼ਾਂ ਲੀਗਲੀ ਤੌਰ ਦੇ ਉੱਤੇ ਅਸੀਂ ਪਰਚਾ ਕਰਾਂਗੇ। ਅਰੇ ਲੀਗਲ ਤੌਰ ਤੇ ਤੁਹਾਨੂੰ ਲੱਗਦਾ ਹੈ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪਰਚਾ ਹੋਣਾ ਚਾਹੀਦਾ ਸੀ? ਸਰਕਾਰ ਨੇ ਪ੍ਰੈਸ ਕਾਨਫਰੰਸ ਨਹੀਂ ਕਰਨੀ ਹੁੰਦੀ ਜੁਰਮ ਰੋਕਣ ਲਈ। ਮੰਨ ਲਓ ਪੁਲਿਸ ਨੂੰ ਪਤਾ ਲੱਗੇ ਕਿ ਫਲਾਣੀ ਜਗ੍ਹਾ ਡਕੈਤੀ ਹੋ ਰਹੀ ਹੈ, ਤੇ ਪੁਲਿਸ ਕੀ ਕਰੇਗੀ? ਜਾ ਕੇ ਫੜੇਗੀ ਕਿ ਪੁਲਿਸ ਪ੍ਰੈਸ ਕਾਨਫਰੰਸ ਕਰਨ ਆਏਗੀ? ਸਰਕਾਰ ਨੂੰ ਪਤਾ ਹੈ ਕਿ ਜੁਰਮ ਹੋ ਰਿਹਾ ਹੈ ਤੇ ਸਰਕਾਰ ਕਾਰਵਾਈ ਕਰੇਗੀ, ਐਫਆਈਆਰ ਰਜਿਸਟਰ ਕਰੇਗੀ ਕਿ ਪ੍ਰੈਸ ਕਾਨਫਰੰਸਾਂ ਕਰੇਗੀ? ਚਲੋ ਨਹੀਂ ਕੀਤੀ ਕੋਈ ਗੱਲ ਨਹੀਂ, ਹੁਣ ਦੱਸ ਦੇਣ ਕਿ ਕਿਸ ਦਿਨ ਤੱਕ ਐਫਆਈਆਰ ਕਰਨਗੇ। ਇਹਨਾਂ ਨੇ ਕਰਨੀ ਨਹੀਂ ਕਿਉਂਕਿ ਇਹ ਝੂਠ ਦੀ ਦੁਕਾਨ ਨੇ, ਡਰਾਮੇਬਾਜ਼ੀ ਹੈ। ਜਿਹੜੀ ਦੂਜੀ ਗੱਲ ਜਿਹੜੀ ਬੜੀ ਇੰਪੋਰਟੈਂਟ ਇੱਥੇ ਉੱਠੀ, ਜਿਹੜੀ ਮੈਂ ਧਿਆਨ ਦਿਵਾਉਣਾ ਚਾਹੁੰਦਾ, ਦਿੱਲੀ ਦੀ ਐਕਸਾਈਜ਼ ਪਾਲਿਸੀ ਜਦੋਂ ਮਨੀਸ਼ ਸਿਸੋਦੀਆ ਘਿਰਿਆ ਔਰ ਜਦੋਂ ਉੱਥੇ ਹੁਣ ਇਹਨਾਂ ਦੇ ਇੱਕ ਤੋਂ ਬਾਅਦ ਇੱਕ ਸਾਰੇ ਲੋਕ ਲਪੇਟੇ 'ਚ ਆ ਗਏ, ਇਹਨਾਂ ਨੇ ਦਿੱਲੀ 'ਚ ਹੀ ਡਰਾਮਾ ਰਚਿਆ ਕਿ ਐਕਸਾਈਜ਼ ਪਾਲਿਸੀ ਦੇ ਘੁਟਾਲੇ ਤੋਂ ਲੋਕਾਂ ਦਾ ਧਿਆਨ ਹਟਾਓ। ਆਪੇ ਹੀ ਆਰੋਪ ਲਾਉਂਦੇ ਨੇ, ਆਪੇ ਹੀ ਜਵਾਬ ਦਿੰਦੇ ਨੇ, ਆਪੇ ਹੀ ਵਕੀਲ ਨੇ, ਆਪੇ ਹੀ ਜੱਜ ਨੇ, ਆਪੇ ਹੀ ਆਪਣੇ ਆਪ ਨੂੰ ਇਮਾਨਦਾਰ ਘੋਸ਼ਿਤ ਕਰ ਦਿੰਦੇ ਨੇ। ਹੁਣ ਜਦੋਂ ਪੰਜਾਬ 'ਚ ਰੇਡ ਹੋ ਰਹੀਆਂ ਈਡੀ ਦੀਆਂ ਐਕਸਾਈਜ਼ ਪਾਲਿਸੀ ਨੂੰ ਲੈ ਕੇ, ਜਦੋਂ ਪੰਜਾਬ ਦੇ ਲੋਕ ਵੀ ਲਪੇਟੇ 'ਚ ਆਉਣੇ ਸ਼ੁਰੂ ਹੋ ਗਏ, ਤੇ ਐਕਸਾਈਜ਼ ਦੇ ਘੁਟਾਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਿਹੜਾ ਇਹਨਾਂ ਦੇ ਮੰਤਰੀ ਦਾ ਘੁਟਾਲਾ ਸਾਹਮਣੇ ਆ ਗਿਆ, ਸ਼ਰੇਆਮ ਆਡੀਓ ਹੈ। ਇਹਨਾਂ ਨੇ ਤਾਂ ਪਤਾ ਨਹੀਂ ਆਡੀਓ ਵੀਡੀਓ ਦਿਖਾਣੀ ਹੈ ਕਿ ਨਹੀਂ ਦਿਖਾਣੀ, ਇਹਨਾਂ ਦੇ ਮੰਤਰੀ ਦੀ ਸੈਟਿੰਗ ਕਰਦਿਆਂ ਦੀ ਆਡੀਓ ਸਾਰੇ ਪੰਜਾਬ ਨੇ ਸੁਣ ਲਈ, ਤੁਸੀਂ ਚੈਨਲਾਂ ਤੇ ਚਲਾਤੀ, ਉਹਦੇ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਆਪਣੇ ਭ੍ਰਸ਼ਟਾਚਾਰ ਤੋਂ, ਐਕਸਾਈਜ਼ ਪਾਲਿਸੀ ਦੇ ਭ੍ਰਸ਼ਟਾਚਾਰ ਤੋਂ, ਮੰਤਰੀਆਂ ਦੇ ਭ੍ਰਸ਼ਟਾਚਾਰ ਤੋਂ, ਐਮਐਲਏ ਤੇ ਜਿਹੜੇ ਆਰੋਪ ਲਗਾ ਰਹੇ ਨੇ ਲੋਕ ਕਿ ਸਾਡੇ ਕੋਲ ਲੱਖ ਲੱਖ ਰੁਪਏ ਮਹੀਨਾ ਮੰਗਦੇ ਆ, ਇਹਨਾਂ ਸਾਰੇ ਆਰੋਪਾਂ ਤੋਂ ਧਿਆਨ ਭਟਕਾਉਣ ਦੇ ਲਈ ਅੱਜ ਦਾ ਇਹ ਡਰਾਮਾ ਰਚਿਆ। ਪਰ ਮੈਂ ਇੱਕ ਗੱਲ ਕਹਿ ਦਿਆਂ,
ਜਿੰਨੇ ਵੀ ਸਕ੍ਰਿਪਟ ਲਿਖੀ ਇਹਨਾਂ ਦੇ ਡਰਾਮੇ ਦੀ, ਜਿਹੜਾ ਇਹਨਾਂ ਦਾ ਸਕ੍ਰਿਪਟ ਰਾਈਟਰ ਹੈ ਉਹ ਇੰਨਾ ਪੂਅਰ ਹੈ, ਇਹਨਾਂ ਦਾ ਸਕ੍ਰਿਪਟ ਰਾਈਟਰ, ਕਿ ਅੱਜ ਸਾਰਾ ਪੰਜਾਬ ਇਹਨਾਂ ਦੇ ਮਜ਼ਾਕ ਉਡਾ ਰਿਹਾ ਹੈ। ਅੱਜ ਇਹਨਾਂ ਦੀ ਜਿੰਨੀ ਇਹਨਾਂ ਦੀ ਖਿੱਲੀ ਉਡਾਈ ਜਾ ਰਹੀ ਹੈ, ਅੱਜ ਇਹਦਾ ਸੋਸ਼ਲ ਮੀਡੀਆ ਦੇ ਕੰਗ ਸਾਹਿਬ ਤਾਂ ਬੜੇ ਐਕਟਿਵ ਨੇ, ਜਰਾ ਦੇਖ ਲੈਣ ਨੀਚੇ ਲੋਕੀ ਕੀ ਕਮੈਂਟ ਕਰ ਰਹੇ ਨੇ ਇਹਨਾਂ ਦੇ ਹਰਪਾਲ ਚੀਮੇ ਦੀ ਪ੍ਰੈਸ ਕਾਨਫਰੰਸ ਤੇ। ਇਹ ਮਜ਼ਾਕ ਦਾ ਪਾਤਰ ਬਣ ਗਏ ਨੇ, ਪੰਜਾਬ ਦੇ ਲੋਕ ਇਹੋ ਜਿਹੇ ਡਰਾਮੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਕੰਗ ਸਾਹਿਬ ਛੋਟਾ ਜਿਹਾ ਰਿਐਕਸ਼ਨ ਪਲੀਜ਼, 10 ਸੈਕਿੰਡ 20 ਸੈਕਿੰਡ ਇਸ ਤੋਂ ਗੌਰਵ ਜੀ, ਦਿੱਲੀ ਚ ਇਹਨਾਂ ਨੇ ਮਨੀਸ਼ ਸਿਸੋਦੀਆ ਜੀ ਦੇ ਘਰ ਸੀਬੀਆਈ ਭੇਜੀ, ਫਿਰ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਪੀਐਮਓ ਨੇ ਲੁੱਕ ਆਊਟ ਨੋਟਿਸ ਜਾਰੀ ਕਰਤਾ, ਫਿਰ ਈਡੀ ਭੇਜੀ, ਮਿਲਿਆ ਕੁਝ ਨਹੀਂ ਹੋਇਆ ਕਿ ਇੱਕ ਸੀਬੀਆਈ ਦਾ ਅਧਿਕਾਰੀ ਸੁਸਾਈਡ ਕਰ ਗਿਆ ਕਿਉਂਕਿ ਬੀਜੇਪੀ ਦੀ ਸਰਕਾਰ ਉੱਤੇ ਦਬਾਅ ਪਾ ਰਹੀ ਸੀ ਕਿ ਮਨੀਸ਼ ਸਿਸੋਦੀਆ ਜੀ ਦੇ ਖਿਲਾਫ ਪਰਚਾ ਦਰਜ ਕਰੋ। ਨਹੀਂ ਕੀਤਾ, ਹੈ ਹੀ ਕੁਝ ਨਹੀਂ, ਲੱਭਿਆ ਹੀ ਕੁਝ ਨਹੀਂ, ਨਿਕਲਿਆ ਹੀ ਕੁਝ ਨਹੀਂ। ਕਿਉਂ ਅੱਜ 1 ਮਹੀਨਾ ਹੋ ਗਿਆ, ਕਿਉਂ ਨਹੀਂ ਕੁਝ ਕਰ ਪਾਏ ਉੱਥੇ? ਕਿਉਂਕਿ ਸਾਰਾ ਪ੍ਰੋਪੇਗੈਂਡਾ ਸੀ, ਮਿਸਯੂਜ਼ ਆਫ ਸਾਡੀਆਂ ਏਜੰਸੀਆਂ ਦਾ ਸੀ। ਸਿਰਫ ਤੇ ਸਿਰਫ ਗੁਜਰਾਤ ਚੋਂ ਆਮ ਆਦਮੀ ਪਾਰਟੀ ਬੜਾ ਹਟ ਜੇ, ਸਮਝੌਤਾ ਕਰ ਲੈ ਜਾਂ ਮਨੀਸ਼ ਮੈਂ ਤਾਂ ਫਿਰ ਵਾਪਸ ਇਸ਼ੂ ਦੇ ਉੱਪਰ ਆਵਾਂ ਸਰ, ਮੈਂ ਪੰਜਾਬ ਮੁੜਿਆ ਵਾਂ। ਦੇਖੋ ਕਹਿੰਦੇ ਸਕ੍ਰਿਪਟਡ ਹੈ ਸਾਰਾ ਕੁਝ ਨਾ, ਜਿਹੜਾ ਤੁਸੀਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਵਿਧਾਇਕਾਂ ਦੇ 25 ਕਰੋੜ ਦੇ 75 ਕਰੋੜ ਦੇ ਇਲਜ਼ਾਮ, 1375 ਕਰੋੜ ਦਾ ਜ਼ਿਕਰ, ਸਭ ਸਕ੍ਰਿਪਟਡ ਹੈ। ਕਹਿੰਦੇ ਪੂਰੀ ਪਲੈਨਿੰਗ ਬਣਾ ਕੇ ਉਸ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ। ਨਹੀਂ, ਸਕ੍ਰਿਪਟਡ ਕੀ ਆ? ਅੱਜ ਸਾਰਾ ਦੇਸ਼ ਜਾਣਦਾ ਕਿ ਅਮਿਤ ਸ਼ਾਹ ਜੀ ਪਹਿਲਾਂ ਬੁਲਾਉਂਦੇ ਆ ਪਿਆਰ ਨਾਲ, ਫਿਰ ਉਹਨਾਂ ਨਾਲ ਮੰਨ ਜੋ, ਉਹਨਾਂ ਨਾਲ ਸਮਝੌਤਾ ਕਰ ਲਓ, ਬੀਜੇਪੀ ਦਾ ਪਟਾ ਪਵਾ ਲਓ। ਆ ਕਾਂਗਰਸ ਸਾਰੀ ਚਲੇਗੀ, ਆ ਖੜਿਆਲ ਸਾਹਿਬ ਬੈਠੇ ਆ, ਹੁਣ ਤੇ ਕਾਂਗਰਸ ਕੁਝ ਕਹਿ ਹੀ ਨਹੀਂ ਨਾ ਸਕਦੀ। ਅੱਧੀ ਤੋਂ ਵੱਧ ਕਾਂਗਰਸ ਚਲੇਗੀ ਤੇ ਅੱਧੀ ਤੋਂ ਵੱਧ ਜਾਣ ਨੂੰ ਤਿਆਰ ਬੈਠੀ ਆ, ਔਨ ਰਿਕਾਰਡ ਹੈ। ਖੜਿਆਲ ਦੀ ਭਾਵੇਂ ਮੁੱਕਰ ਜਾਣ ਇੱਥੇ, ਲੇਕਿਨ ਇਹਨਾਂ ਨੂੰ ਪਤਾ ਉਹਦਾ ਕਾਰਨ ਹੈ ਇਕੱਠੇ ਹੋ ਰਹੇ ਆ। ਤੇ ਅਮਿਤ ਸ਼ਾਹ ਜੀ ਕਹਿੰਦੇ ਜਿੱਥੇ ਨਹੀਂ ਮੰਨੂਗੇ ਪੈਸੇ ਲੈ ਲਓ, ਪੈਸੇ ਨਹੀਂ ਮੰਨਣੇ ਸੀਬੀਆਈ ਈਡੀ। ਇਹਨਾਂ ਨੇ ਚੁਣੀਆਂ ਹੋਈਆਂ ਸਰਕਾਰਾਂ ਖਰੀਦੀਆਂ। ਠੀਕ ਹੈ, ਚਲੋ ਮੈਨੂੰ ਰਿਐਕਸ਼ਨ ਲੈਣ ਦਿਓ। ਤੁਸੀਂ ਆਪਣੇ ਵਿਧਾਇਕਾਂ ਤੱਕ ਵੀ ਨਿਤਿਸ਼ ਕੁਮਾਰ ਦੇ ਐਮਐਲਏ ਨੂੰ ਇਹਨਾਂ ਨੇ ਆਫਰ ਕੀਤੀ, ਤੁਸੀਂ ਛੱਡ ਕੇ ਚਲੇ ਗਏ ਇਹਨਾਂ ਨੂੰ। ਗੌਰਵ ਜੀ, ਚਲੋ ਮੈਨੂੰ ਰਿਐਕਸ਼ਨ ਲੈਣ ਦਿਓ। ਤੁਸੀਂ ਆਪਣੇ ਵਿਧਾਇਕਾਂ ਤੱਕ ਮੈਸੇਜ ਤਾਂ ਨਹੀਂ ਪਹੁੰਚਾ ਰਹੇ ਕਿ ਆਫਰ ਉਸ ਤੋਂ ਬਾਅਦ ਸੀਬੀਆਈ ਜਾਂ ਈਡੀ ਵੀ ਹੋ ਸਕਦਾ ਹੈ? ਖੜਿਆਲ ਜੀ, ਮੈਂ ਸ਼ਰਮਾ ਜੀ ਤੁਹਾਡੇ ਕੋਲ ਆਉਂਗਾ। ਖੜਿਆਲ ਜੀ। ਨਹੀਂ, ਮੈਂ ਤੇ ਇਹਨਾਂ ਦਾ ਕਿਰਦਾਰ ਗੌਰਵ ਜੀ, ਪਹਿਲੀ ਗੱਲ ਤਾਂ ਦੇਖੋ, ਜੇ ਮੈਂ ਇੱਥੇ ਕਹਾਂ ਵੀ ਆਪਰੇਸ਼ਨ ਝਾੜੂ ਹੋ ਰਿਹਾ ਜੀ, ਸਾਡੇ ਐਮਐਲਏਜ਼ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਨਾਮ ਮੈਂ ਤੁਹਾਨੂੰ ਦੱਸ ਨਾ ਸਕਾਂ, ਕਿਹਨੇ ਅਪਰੋਚ ਕੀਤਾ ਉਹ ਨਾ ਦੱਸ ਸਕਾਂ, ਕਿਵੇਂ ਅਪਰੋਚ ਕੀਤਾ ਉਹ ਨਾ ਦੱਸ ਸਕਾਂ, ਤੇ ਬੰਦਾ ਝੂਠਾ ਨਹੀਂ ਹੋਊਗਾ ਤਾਂ ਹੋਰ ਕੀ ਹੋਊਗਾ? ਉਹ ਕਹਿੰਦੇ ਸਬੂਤ ਹੈ ਸਾਡੇ ਕੋਲ। ਮੈਂ ਹੁਣ ਸੁਣੋ ਕਹਿੰਦੀ ਗੌਰਵ ਜੀ, ਨੰਬਰ 1 ਪ੍ਰੋਪਰਾਈਟਰੀ ਕੀ ਡਿਮਾਂਡ ਕਰਦੀ ਹੈ, ਇਨਸਾਫ ਕੀ ਡਿਮਾਂਡ ਕਰਦਾ ਹੈ? ਜਸਟ ਬਿਕੋਜ਼ ਇਹਨਾਂ ਦੀ ਸਰਕਾਰ ਹੈ, ਵਿਜੀਲੈਂਸ ਤੇ ਪੁਲਿਸ ਇਹਨਾਂ ਦੇ ਅੰਡਰ ਹੈ, ਤਾਂ ਕਿ ਉਹ ਵੇਟ ਕਰਨ ਕਿ ਆਮ ਆਦਮੀ ਪਾਰਟੀ ਨੂੰ ਕਦੋਂ ਕਨਵੀਨੀਅੰਟ ਲੱਗਦਾ ਹੈ ਉਦੋਂ ਅਸੀਂ ਐਕਟ ਕਰਾਂਗੇ? ਇਜ਼ ਦੈਟ ਇਵਨ ਰਾਈਟ? ਇਜ਼ ਦੈਟ ਇਵਨ ਕਰੈਕਟ? ਤੇ ਇਨਸਾਫ ਵੇਟ ਨਹੀਂ ਕਰਦਾ ਹੁੰਦਾ, ਇਹ ਸੰਵਿਧਾਨ ਨਾਲ ਦੇਸ਼ ਚੱਲਦਾ ਹੈ, ਆਮ ਆਦਮੀ ਪਾਰਟੀ ਦੇ ਵਿਜ਼ਨ ਐਂਡ ਫੈਂਸੀਜ਼ ਦੇ ਬੇਸਿਸ ਤੇ ਨਹੀਂ ਚੱਲਦਾ। ਦੂਜੀ ਗੱਲ ਗੌਰਵ ਜੀ, ਬੜੇ ਜ਼ਰੂਰੀ ਸਵਾਲ ਹੈ, ਅੱਛਾ ਹੀ ਸਾਡੀ ਗੱਲ ਕਰਦੇ ਪਤਾ ਉਹਦਾ ਜਵਾਬ ਦੇਦਾ ਮੈਂ ਆਮ ਆਦਮੀ ਪਾਰਟੀ ਦੇ ਵੀਰ ਨੂੰ, ਕਿ ਇਹ ਕਹਿੰਦੇ ਕਾਂਗਰਸ ਪਾਰਟੀ ਇੱਧਰ ਉੱਧਰ ਜਾਣ ਨੂੰ ਫਿਰਦੀ ਹੈ, ਭੁੱਲ ਗਏ ਵੀ ਆਮ ਆਦਮੀ ਪਾਰਟੀ ਦਾ ਤਾਂ ਬੇਸਿਕਲੀ ਜਨਮ ਹੀ ਪੰਜਾਬ ਦੇ ਵਿੱਚ, ਕੋਈ ਇੱਧਰੋਂ ਫੜਿਆ ਬੀਜੇਪੀ ਚੋਂ, ਕੋਈ ਕਾਂਗਰਸ ਚੋਂ ਫੜਿਆ, ਕੋਈ ਅਕਾਲੀ ਦਲ ਚੋਂ ਫੜਿਆ, ਕੋਈ ਉੱਧਰੋਂ ਫੜ ਕੇ ਲਿਆਏ, ਐ ਕਰਕੇ ਤਾਂ ਤੁਸੀਂ ਪਾਰਟੀ ਕੀਤੀ ਹੈ। ਤੁਹਾਨੂੰ ਪਤਾ ਹੈ, ਤੁਹਾਨੂੰ ਵਿੱਚ ਨਾ ਬੋਲੋ ਕੰਗ ਸਾਹਿਬ, ਵਿੱਚ ਨਾ ਬੋਲੋ, ਥੋੜੀ ਟਾਈਮ ਨਹੀਂ ਬੋਲਿਆ। ਦੂਜੀ ਗੱਲ ਦੇਖੋ, ਸਿੰਪਲ ਜੀ ਗੱਲ ਹੈ, ਡਿਲੇ ਕਰਕੇ ਕੰਗ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ, ਇਹ ਲਾਇਰ ਨੇ, ਕਿ ਡਿਲੇ ਕਰਕੇ ਬਹੁਤ ਲੋਕ ਦੇ ਗੈਟ ਅਵੇ ਫਰਮ ਜਸਟਿਸ। ਡਿਲੇ ਦਾ ਕੋਰਟ ਦੇ ਵਿੱਚ ਫਾਇਦਾ ਮੁਲਜ਼ਮਾਂ ਨੂੰ ਹੁੰਦਾ ਹੈ, ਫਾਇਦਾ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਹੁੰਦਾ ਹੈ। ਡਿਲੇ ਜਸਟੀਫਾਈ ਕਰਨੀ ਬੜੀ ਔਖੀ ਹੋ ਜਾਂਦੀ ਹੈ। ਹੁਣ ਕੱਲ ਨੂੰ ਜੇ ਕੋਰਟ 'ਚ ਮਾਮਲਾ ਜਾਊਗਾ, ਆਮ ਆਦਮੀ ਪਾਰਟੀ ਕੀ ਕਹੂਗੀ ਵੀ ਡਿਲੇ ਕਿਉਂ ਹੋਇਆ, ਸਾਨੂੰ ਜੀ ਅੱਛਾ ਨਹੀਂ ਲੱਗ ਰਿਹਾ ਸੀਗਾ ਜੀ, ਅਸੀਂ ਸਬੂਤ ਬਾਅਦ 'ਚ ਦਵਾਂਗੇ। ਕਿਉਂ ਬਾਅਦ 'ਚ ਦਵਾਂਗੇ? ਜੇ ਹੈਗਾ ਤੇ ਤੁਸੀਂ ਪੀਸੀ ਕਰ ਸਕਦੇ ਹੋ ਤੇ ਸਬੂਤ ਵੀ ਦਿਖਾ ਸਕਦੇ ਹੋ, ਜੇ ਹੈ ਹੀ ਨਹੀਂ ਸਬੂਤ ਤਾਂ ਨਹੀਂ ਦਿਖਾ ਪਾ ਰਹੇ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਨੰਬਰ 1 ਕੇਜਰੀਵਾਲ ਸਾਹਿਬ ਇਹ ਕਹਿੰਦੇ ਨਾ ਵੀ ਸਾਡੇ ਤੋਂ ਬੀਜੇਪੀ ਨੂੰ ਜਾਂ ਕਿਸੇ ਹੋਰ ਨੂੰ ਡਰ ਥੋੜਾ ਛੋਟਾ ਰਿਐਕਸ਼ਨ ਰੱਖ ਲਓ, ਮੈਂ ਨਾਲ ਦੀ ਨਾਲ ਰਿਐਕਸ਼ਨ ਲੈ ਸਕਾਂਗਾ ਫਿਰ। ਜੀ ਕੰਪਲੀਟ ਕਰ ਲਓ ਖੜਿਆਲ ਸਾਹਿਬ। 10 ਸੈਕਿੰਡ ਜੀ ਪਲੀਜ਼। ਗੌਰਵ ਜੀ ਹੁਣ ਇਹ ਕਹਿੰਦੇ ਡਰ ਲੱਗਦਾ ਸਾਡੇ ਤੋਂ ਬੀਜੇਪੀ ਨੂੰ ਜਾਂ ਹੋਰ ਪਾਰਟੀਆਂ ਨੂੰ। ਹੁਣ ਆਮ ਆਦਮੀ ਪਾਰਟੀ ਤੋਂ ਤੁਸੀਂ ਦੱਸੋ, ਜਿਹਦੀ ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਾ ਹੋਵੇ, ਜਿਹਦੇ ਪੂਰੇ ਦੇਸ਼ ਦੇ ਵਿੱਚ 153 ਐਮਐਲਏ ਹੋਣ, ਸਾਡੇ ਤਾਂ 756 ਐਮਐਲਏਜ਼ ਆ ਤੇ ਲੋਕ ਸਭਾ ਦੇ ਵਿੱਚ ਐਗਜ਼ਿਸਟੈਂਸ ਬਹੁਤ ਹੈ ਤੁਹਾਡੇ ਤੋਂ ਕਿਹਨੂੰ ਡਰ ਲੱਗਣਾ ਹੈ? ਤੁਹਾਡੀ ਸਰਕਾਰ ਤਾਂ ਆਲਰੇਡੀ ਟੁੱਟੀ ਪਈ ਹੈ, ਤੁਸੀਂ ਆਲਰੇਡੀ ਹਰ ਇੱਕ ਫਰੰਟ ਤੇ ਫੇਲ ਹੋਏ। ਤਾਂ ਚਾਹੇ ਕੋਈ ਕਨਸੈਪਟ ਕੁਝ ਨਾ ਕਰੋ, ਸਿਰਫ ਔਰ ਸਿਰਫ ਕੰਪਲੇਂਟ ਕਰ ਦੋ, ਪੁਲਿਸ ਨੂੰ ਤਾਂ ਐਕਟ ਕਰ ਲੈਣ ਦੋ, ਆਪਦਾ ਕੰਮ ਕਰ ਲੈਣ ਦੋ, ਉਹਨਾਂ ਨੂੰ ਆਪਣਾ ਕਠਪੁਤਲੀ ਨਾ ਬਣਾਓ, ਪਪੇਟ ਨਾ ਬਣਾਓ ਵੀ ਜਦੋਂ ਅਸੀਂ ਕਹਾਂਗੇ ਉਦੋਂ ਐਕਟ ਕਰਾਂਗੇ। ਉਹਨਾਂ ਨੂੰ ਕਰਨ ਦੋ what is demanded of them by the law of the land। ਆਮ ਆਦਮੀ ਪਾਰਟੀ ਕੰਪਲੀਟਲੀ ਫੇਲ ਹੋ ਗਈ ਹੈ, ਤਾਂ ਸਿੰਪਲੀ
ਡਾਇਵਰਟ ਅਟੈਂਸ਼ਨ ਕਰਨ ਲਈ ਇਹ ਚੀਜ਼ਾਂ ਕਰ ਰਹੀ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਕੰਗ ਠੀਕ ਹੈ, ਸਾਹਿਬ ਮੈਂ ਤੁਹਾਡੇ ਕੋਲ ਆਣਾ, ਮੈਨੂੰ ਇੱਕ ਵਾਰੀ ਕਲੇਰ ਸਾਹਿਬ ਨੂੰ ਐਡ ਕਰਨ ਦਿਓ। ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਕੰਗ ਜੀ ਇਕੱਠੇ ਜਵਾਬ ਦੇ ਦਿਓ ਪਲੀਜ਼। ਕਲੇਰ ਜੀ। ਗੌਰਵ ਜੀ ਦੇਖੋ, ਕੰਗ ਸਾਹਿਬ ਮੇਰੇ ਭਰਾ ਨੇ, ਮੈਂ ਗੱਲ ਕਹੂੰਗਾ ਕਿ ਸਿਆਣੇ ਨੇ, ਆਪਾਂ ਤੱਥਾਂ ਤੇ ਡਿਬੇਟ ਕਰੀਏ। ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ, ਅੱਜ ਵਿਸ਼ਾ ਨਹੀਂ, ਪਰ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਮੋਨੋਪੋਲੀ ਤਾਂ ਜਿਨ੍ਹਾਂ ਨੇ ਕੀਤੀ ਹੈ ਬ੍ਰਿਡਕੋ ਤੇ ਮਹਿਰਾ ਵਾਈਨਸ ਨੂੰ, ਸਾਰੇ ਐਲਵਨ ਪੰਜਾਬ ਦੇ ਦਿੱਤੇ, ਦੇਣ ਤੱਥਾਂ ਤੇ ਜਵਾਬ ਵੀ ਨਹੀਂ ਦਿੱਤੇ। ਔਰ ਦੂਸਰੀ ਗੱਲ, ਜਿਹੜੀ ਆਮ ਆਦਮੀ ਪਾਰਟੀ ਸਿਕਿਉਰਿਟੀ ਵਿਡਰਾ ਕਰਕੇ ਉਹ ਲਿਸਟਾਂ ਸੋਸ਼ਲ ਮੀਡੀਆ ਤੇ ਮੀਡੀਆ ਨੂੰ ਰਿਲੀਜ਼ ਕਰ ਸਕਦੀ ਹੈ ਵੀ ਇਹਨਾਂ ਦੀ ਸਿਕਿਉਰਿਟੀ ਵਿਡਰਾ ਹੋਈ ਹੈ ਤੇ ਮੂਸੇਵਾਲੇ ਦਾ ਕਤਲ ਹੋ ਗਿਆ, ਅੱਜ ਉਹਨਾਂ ਨੇ ਲਿਸਟ ਕਿਉਂ ਨਹੀਂ ਜਾਰੀ ਕੀਤੀ ਵੀ ਆਹ 1 2 3 5 6 ਇਹ ਐਮਐਲਏ ਨੇ ਜਿਨ੍ਹਾਂ ਨੂੰ ਬ੍ਰਾਈਬ ਆਫਰ ਹੋਈ ਹੈ। ਔਰ ਤੀਸਰੀ ਗੱਲ, ਮੈਂ ਫੇਰ ਕੰਗ ਸਾਹਿਬ ਨੂੰ ਕਹਿਣਾ ਕਿ ਕੰਗ ਸਾਹਿਬ, ਅਗਰ ਤੁਹਾਡੇ ਐਮਐਲਏ ਨੂੰ ਬ੍ਰਾਈਬ ਆਫਰ ਹੋਈ ਹੈ, ਬੱਗੇ ਨੂੰ ਲੈਣ ਤੱਕ ਤਾਂ ਤੁਸੀਂ ਦਿੱਲੀ ਪੁਲਿਸ ਭੇਜ ਦਿੰਦੇ ਹੋ। ਜਿਹੜਾ ਕੇਜਰੀਵਾਲ ਦਾ ਤੇ ਬੱਗਾ ਸਾਹਿਬ ਦਾ ਦਿੱਲੀ ਦਾ ਡਿਸਪਿਊਟ ਆ, ਫੜਨ ਪੰਜਾਬ ਪੁਲਿਸ ਚਲੀ ਜਾਂਦੀ ਹੈ। ਉਰੇ ਪੰਜਾਬ ਦੇ ਵਿੱਚ ਕੋਈ ਅਗਰ ਲੋਕਾਂ ਦੀ ਆਵਾਜ਼ ਚੱਕਦਾ ਹੈ, ਲੋਕ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਦਾ ਹੈ, ਤੁਸੀਂ ਕਹਿੰਦੇ ਹੋ ਭਾਈ ਤੁਹਾਡੇ ਖਿਲਾਫ ਇਨਕੁਆਇਰੀ ਚੱਲ ਰਹੀ ਹੈ, ਸੰਮਨ ਆ ਰਹੇ ਨੇ, ਵਿਜੀਲੈਂਸ ਨੂੰ ਵਰਤਿਆ ਜਾ ਰਿਹਾ ਹੈ। ਸੋ ਅੱਜ ਅਗਰ ਪ੍ਰੈਸ ਕਾਨਫਰੰਸ ਕਰਨੀ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਐਮਐਲਏ ਕਿਉਂ ਨਹੀਂ ਬਿਠਾਏ ਗਏ, ਲਿਸਟ ਕਿਉਂ ਨਹੀਂ ਜਾਰੀ ਕੀਤੀ, ਜਿਨ੍ਹਾਂ ਨੰਬਰਾਂ ਤੋਂ ਫੋਨ ਆਏ ਉਹ ਕਿਉਂ ਨਹੀਂ ਜਾਰੀ ਕੀਤਾ, ਤੇ ਹੁਣ ਤੱਕ ਚਾਹੇ ਅਣਪਛਾਤਿਆਂ ਦੇ ਖਿਲਾਫ ਹੀ ਪਰਚਾ ਕਿਉਂ ਨਹੀਂ ਦਰਜ ਕੀਤਾ? ਤੱਥਾਂ ਤੇ ਜਵਾਬ ਦਿਓ। ਇਹ ਜਿਹੜੀਆਂ ਗੱਲਾਂ ਨੇ ਕਿ ਵੀਡੀਓ ਰਿਲੀਜ਼ ਕਰਾਂਗੇ, ਫਿਰ ਅੱਜ ਪ੍ਰੈਸ ਕਾਨਫਰੰਸ 'ਚ ਕਿਉਂ ਨਹੀਂ ਵੀਡੀਓ ਰਿਲੀਜ਼ ਹੋਈ? ਅਗਰ ਤੁਹਾਡੇ ਕੋਲ ਸਬੂਤ ਸੀ, ਤੁਹਾਡਾ ਨੰਬਰ 2 ਮਿਨਿਸਟਰ ਸੀਐਮ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਿਹਾ ਹੈ, ਤਾਂ ਤੁਸੀਂ ਰਿਲੀਜ਼ ਨਹੀਂ ਕੀਤੇ ਸਬੂਤ। ਸੋ ਇਹ ਗੱਲਾਂ ਦੇ ਤੱਥਾਂ ਦੇ ਉੱਤੇ ਪੰਜਾਬੀਆਂ ਨੂੰ ਜਵਾਬ ਦਿਓ। ਕੱਲੀ ਥਿਓਰੈਟਿਕ ਪੋਲਿਟਿਕਸ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਕੇ ਲੋਕਾਂ ਨੂੰ ਸਿਰਫ ਆਹੀ ਗੱਲਾਂ 'ਚ ਉਲਝਾ ਕੇ ਰੱਖਣਾ ਕਿ ਸਾਨੂੰ 25 ਕਰੋੜ ਦੇ ਰਹੇ ਨੇ, ਅਸੀਂ ਜਾ ਰਹੇ ਹਾਂ, ਇਹ ਗੱਲਾਂ ਦੇ ਨਾਲ ਪੰਜਾਬੀਆਂ ਦਾ ਭਲਾ ਨਹੀਂ ਹੋਣਾ। ਪੰਜਾਬ ਦੀ ਗੱਲ ਕਰੋ ਔਰ ਤੱਥਾਂ ਦੇ ਉੱਤੇ ਜਵਾਬ ਦਿਓ ਮੇਰਾ ਵੀਰ। ਠੀਕ ਹੈ, ਬਿਲਕੁਲ ਵੈਲਿਡ ਪੁਆਇੰਟ ਹੈ ਕੰਗ ਸਾਹਿਬ। ਲੋਕ ਵੀ ਪੰਜਾਬ ਦੇ ਹੀ ਜਾਣਨਾ ਚਾਹੁੰਦੇ ਹੋਣਗੇ ਕਿ ਜੇ ਤੁਹਾਡੇ ਕੋਲ ਸਬੂਤ ਨੇ ਤਾਂ ਜਨਤਕ ਕਿਉਂ ਨਹੀਂ? ਜੇਕਰ ਇਹ ਕ੍ਰਾਈਮ ਹੋਇਆ, ਕਿਸੇ ਨੇ ਅਪਰੋਚ ਕੀਤਾ ਹੈ ਜਾਂ ਫਿਰ ਬ੍ਰਾਈਬ ਦੇ ਲਈ ਕਿਹਾ, ਤਾਂ ਫਿਰ ਹੁਣ ਤੱਕ ਪਰਚਾ ਕਿਉਂ ਨਹੀਂ? ਗੌਰਵ ਜੀ, ਜਸਟ ਟੂ ਐਡ ਦੈਟ 5 ਸੈਕਿੰਡਸ। ਕੰਗ ਸਾਹਿਬ ਬਸ ਇੱਕ ਚੀਜ਼ ਹੈ, ਕਾਈਂਡਲੀ ਇੱਕ ਸਵਾਲ ਹੀ ਹੈ। ਜਦੋਂ ਚੀਮਾ ਸਾਹਿਬ ਇਹ ਕਹਿ ਦਿੰਦੇ ਹੈ, ਜਦੋਂ ਇਹ ਗੱਲ ਕਹਿ ਦਿੰਦੇ ਹੈ ਵੀ ਸਾਨੂੰ ਸਾਡੇ ਐਮਐਲਏ ਨੂੰ ਇਹ ਕਿਹਾ ਗਿਆ ਵੀ ਵੱਡੇ ਬਾਊ ਜੀ ਨਾਲ ਮਿਲਾਵਾਂਗੇ, ਬੜਾ ਸਪੈਸੀਫਿਕ ਬਿਆਨ ਹੈ, ਤਾਂ ਇਹ ਤਾਂ ਦੱਸ ਦਿਓ ਵੀ ਕਿਹਨੇ ਕਿਹਾ ਤੇ ਕਿਹੜੇ ਐਮਐਲਏ ਨੂੰ ਕਿਹਾ ਕਾਈਂਡਲੀ। ਠੀਕ ਹੈ ਕੰਗ ਜੀ। ਗੌਰਵ ਜੀ, ਅਕਾਲੀ ਦਲ ਨੂੰ ਮੈਂ ਪੁੱਛਣਾ ਚਾਹੁੰਦਾ, ਜਦੋਂ ਢੀਂਡਸਾ ਸਾਹਿਬ ਛੱਡ ਕੇ ਗਏ ਸੀ ਤੇ ਇਹਨਾਂ ਨੇ ਕੀ ਕਿਹਾ ਸੀ? ਬੀਜੇਪੀ ਨੇ ਟੁਕੜੇ ਪਾਤੇ ਢੀਂਡਸਾ ਸਾਹਿਬ ਨੂੰ। ਇਹ ਅਕਾਲੀ ਦਲ ਦੇ ਔਨ ਰਿਕਾਰਡ ਸਟੇਟਮੈਂਟਸ ਹੈ ਲੀਡਰਸ਼ਿਪ ਦੀਆਂ। ਤੇ ਮੇਰਾ ਖੜਿਆਲ ਸਾਹਿਬ ਨੂੰ, ਮੇਰੇ ਵੀਰ ਨੂੰ ਵੀ ਮੇਰਾ ਸਵਾਲ ਹੈ ਕਿ ਤੁਸੀਂ ਜਸਟੀਫਾਈ ਕਰਦੇ ਜਿਹੜੀ ਕਰਨਾਟਕ ਤੁਹਾਡੀ ਇਹ ਗਲਤ ਬਿਆਨ ਦੇ ਰਹੇ ਨੇ ਜੀ। ਮੈਂ ਇਹਨੂੰ ਜਸਟੀਫਾਈ ਮੈਂ ਦੱਸ ਦਿੰਦਾ ਕੀ ਬਿਆਨ ਦਿੱਤਾ ਜੀ ਕੰਗ ਸਾਹਿਬ। ਇਧਰ ਉਧਰਲੀ ਗੱਲ ਨਹੀਂ ਆਪਾਂ ਕਰਨੀ। ਮੈਂ ਕਹੂੰਗਾ ਤੱਥਾਂ ਤੇ ਜਵਾਬ ਦਿਓ ਨਾ, ਵਿੱਚ ਨਾ ਬੋਲੋ ਕਾਈਂਡਲੀ। ਜਦੋਂ ਗੋਆ 'ਚ ਦਿਗਵਿਜੇ ਸਿੰਘ ਰੌਲਾ ਪਾਉਂਦਾ ਸੀ ਕਿ ਸਾਰੀ ਬੀਜੇਪੀ ਸਾਡੇ ਐਮਐਲਏ ਖਰੀਦ ਕੇ ਲੈ ਗਈ, ਕਿਆ ਤੁਸੀਂ ਜਸਟੀਫਾਈ ਕਰਦੇ ਹੋ ਬੀਜੇਪੀ ਦੇ ਐਕਟ ਨੂੰ? ਕਾਂਗਰਸ ਵਾਲੇ ਕਿਆ ਕਾਂਗਰਸ ਵਾਲੇ ਜੋਤਰਾਦਿਤ ਸਿੰਧੀਆ ਵਾਲੇ ਐਕਟ ਨੂੰ ਮੱਧ ਪ੍ਰਦੇਸ਼ 'ਚ ਜਸਟੀਫਾਈ ਕਰਦੇ ਆ ਕਿ ਬੀਜੇਪੀ ਨੇ ਠੀਕ ਕੀਤਾ? ਦੱਸਣੇ ਕਿ ਨਹੀਂ ਇਹ ਕਰਤੂਤਾਂ ਇਹਨਾਂ ਦੀਆਂ ਕਿ ਇਹ ਵੇਚਦੇ, ਇਹ ਖਰੀਦਦੇ ਆ, ਇਹ ਸਰਕਾਰਾਂ ਦੀਆਂ ਸਰਕਾਰਾਂ ਖਰੀਦਦੇ ਆ, ਇਹ ਐਮਐਲਏ ਖਰੀਦਦੇ ਆ। ਅੱਜ ਤੁਸੀਂ ਕਲੀਨ ਚਿੱਟ ਦੇਈ ਜਾਂਦੇ ਹੋ। ਇਹ ਬੀਜੇਪੀ ਦੀ ਪੂਰੀ ਹਿਸਟਰੀ ਆ। ਔਰ ਰੀਸੈਂਟਲੀ ਤੇ ਸਪੀਡ 'ਚ ਆ ਗਈ, ਮਤਲਬ ਇਹਨਾਂ ਇਹ ਸੋਚਦੇ ਆ ਵੀ ਮੁਲਕ 'ਚ ਕੋਈ ਵਿਰੋਧੀ ਰਹਿਣ ਨਹੀਂ ਦੇਣਾ। ਔਰ ਕਾਂਗਰਸ, ਸਾਰਿਆਂ ਨੂੰ ਪਤਾ ਆ ਵੀ ਇਸ ਟਾਈਮ ਕਾਂਗਰਸ ਦੀ ਜਿਹੜੀ ਸਥਿਤੀ ਆ, ਲੋਕਾਂ ਦੇ ਮਨੋਂ ਉਤਰ ਗਈ ਆ। ਔਰ ਇਸੇ ਕਰਕੇ ਇੱਕ ਤਾਕਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਰੂਪ 'ਚ ਉੱਭਰ ਰਹੀ ਆ। ਔਰ ਲਗਾਤਾਰ ਲੋਕਾਂ ਦਾ ਕਾਫਲਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੇ ਪਿੱਛੇ ਲੱਗਦਾ ਜਾ ਰਿਹਾ, ਇਸੇ ਕਰਕੇ ਇਹਨਾਂ ਨੂੰ ਡਰ ਮਾਰ ਰਿਹਾ। ਠੀਕ ਹੈ, ਪਰ ਮੈਂ ਛੋਟਾ ਰਿਐਕਸ਼ਨ ਮੈਂ ਸ਼ਰਮਾ ਜੀ ਤੁਹਾਡੇ ਕੋਲ ਆਣਾ। ਗੌਰਵ ਜੀ ਇੱਕ ਚੀਜ਼ ਐਡ ਕਰਦੇ ਆ। ਗੌਰਵ ਜੀ ਇੱਕ ਚੀਜ਼ ਐਡ ਕਰਦੇ ਜ਼ਰੂਰੀ ਹੈ। ਗੌਰਵ ਜੀ ਇੱਕ ਚੀਜ਼ ਐਡ ਕਰਦੇ, ਇੱਕ ਚੀਜ਼ ਐਡ ਕਰਦੇ। ਗੌਰਵ ਜੀ ਇੱਕ ਚੀਜ਼ ਐਡ ਕਰਦੇ, ਕੰਗ ਸਾਹਿਬ ਦੀ ਇੱਕ ਕਰਕੇ ਕਹਿ ਰਹੇ ਕਿ ਗੋਆ ਦੇ ਵਿੱਚ ਗੌਰਵ ਜੀ ਕਿਤੇ ਹੋਇਆ। ਠੀਕ ਹੈ, ਤੁਸੀਂ ਇਹ ਗੱਲ ਐਡਮਿਟ ਕਰ ਲਓ ਕੰਗ ਸਾਹਿਬ ਵੀ ਅਸੀਂ ਪਹਿਲਾਂ ਤੇਜਿੰਦਰ ਬੱਗਾ ਤੇ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਤੇ ਵੜਿੰਗ ਸਾਹਿਬ ਤੇ ਖੇੜਾ ਸਾਹਿਬ ਤੇ ਐਫਆਈਆਰ ਜਾਣਬੁੱਝ ਕੇ ਕਰਾਈ। ਇਹ ਪੈਟਰਨ ਹੈ, ਤੁਹਾਡੀ ਹਿਸਟਰੀ ਹੈ, ਤੁਹਾਨੂੰ ਹਾਈਕੋਰਟ ਨੇ ਵੀ ਫਟਕਾਰ ਲਾਈ ਹੈ। ਤੇ ਇਹ ਤੋਂ ਬਾਅਦ ਤੁਸੀਂ ਐਡਮਿਟ ਕਰਦੇ ਹੋ ਵੀ ਉਵੇਂ ਹੀ ਅਸੀਂ ਚੱਲਦੇ ਹਾਂ ਸਭ ਲਈ, ਸਾਰੀ ਐਫਆਈਆਰਸ ਪੋਲੀਟੀਕਲ ਵੈਂਡੇਟਾ ਹੁੰਦੀਆਂ, ਤਾਂ ਮੈਂ ਬੀਜੇਪੀ ਦਾ ਵੀ ਪੈਟਰਨ ਜਿਹੜਾ ਐਡਮਿਟ ਕਰ ਲੂੰਗਾ, ਹਿਸਟਰੀ ਐਡਮਿਟ ਕਰ ਲੂੰਗਾ ਵੀ ਉਹ ਵੀ ਸੇਮ ਚੀਜ਼ ਕਰ ਰਹੇ ਆ। ਠੀਕ ਹੈ ਕਲੇਰ ਜੀ, ਮੈਂ ਸ਼ਰਮਾ ਜੀ ਤੁਹਾਡੇ ਕੋਲ ਆ ਰਿਹਾ, ਇੱਕ ਵਾਰੀ ਰਿਐਕਸ਼ਨ ਜ਼ਰੂਰੀ ਹੈ। ਗੌਰਵ ਜੀ, ਮੈਂ ਕੰਗ ਸਾਹਿਬ ਨੂੰ ਫੇਰ ਉਹੀ ਸਵਾਲ ਕਰਦਾ ਕਿ ਇੱਕ ਪੇਜ ਦਾ ਇਸ਼ਤਿਹਾਰ ਤਾਂ ਛੋਟੀ ਗੱਲ ਤੇ ਲਾ ਦਿੰਦੇ ਨੇ, ਅੱਜ ਵੀਡੀਓ ਕਿਉਂ ਨਹੀਂ ਜਾਰੀ ਕਰਦੇ? ਔਰ ਦੂਜਾ ਸਵਾਲ ਕਿ ਅੱਜ ਤੁਸੀਂ ਇਸ ਮੁੱਦੇ ਤੇ ਤਾਂ ਪ੍ਰੈਸ ਕਾਨਫਰੰਸ ਕੀਤੀ,
ਜਿਹੜਾ ਸਰਾਰੀ ਸਾਹਿਬ ਦਾ ਆਡੀਓ ਵਾਇਰਲ ਹੈ, ਸ਼ਰੇਆਮ ਪੈਸੇ ਮੰਗੇ ਜਾ ਰਹੇ ਨੇ, ਸੈਟਲ ਹੋ ਰਿਹਾ ਸਾਰਾ ਕੁਝ ਕਿ ਪੈਸਾ ਕਿੱਦਾਂ ਲੈਣਾ ਹੈ। ਹਾਲੇ ਤੱਕ ਤੁਹਾਡੇ ਨੈਸ਼ਨਲ ਕਨਵੀਨਰ, ਤੁਹਾਡੇ ਸਟੇਟ ਦੇ ਮੁੱਖ ਮੰਤਰੀ ਤੇ ਤੁਹਾਡੇ ਡੀ ਫੈਕਟੋ ਸੀਐਮ ਰਾਘਵ ਚੱਡਾ ਜੀ ਉਸ ਇਸ਼ੂ ਤੇ ਚੁੱਪ ਕਿਉਂ ਨੇ? ਉਰੇ ਆ ਕੇ ਤੁਹਾਡੀ ਇਮਾਨਦਾਰੀ ਨੂੰ ਕੀ ਹੋ ਜਾਂਦਾ ਹੈ? ਮੈਂ ਤਾਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹ ਰਿਹਾ ਕਿ ਕੀ ਆਮ ਆਦਮੀ ਪਾਰਟੀ ਇਸੇ ਦੋਹਰੇ ਮਾਪਦੰਡ ਨਾਲ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕਰਦੀ ਰਹੂਗੀ? ਇੱਕ ਸੈਕਿੰਡ ਇਕੱਠੇ ਜਵਾਬ ਦੇ ਦਿਓ। ਕੰਗ ਜੀ, ਸ਼ਰਮਾ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਇਕੱਠੇ ਜਵਾਬ ਦੇ ਦਿਓ ਤੁਸੀਂ। ਸੁਭਾਸ਼ ਸ਼ਰਮਾ ਜੀ। ਦੇਖੋ, ਜਵਾਬ ਇਹਨਾਂ ਕੋਲ ਹੈ ਹੀ ਨਹੀਂ, ਨਾ ਦੇਣਾ ਹੀ ਨਹੀਂ, ਨਾ ਇਹਨਾਂ ਕੋਲੇ ਕੋਈ ਸਬੂਤ ਹੈ ਜਿਹੜਾ ਜਨਤਾ ਕਰ ਸਕਣ। ਔਰ ਮੈਂ ਤੁਹਾਨੂੰ ਅੱਜ ਇੱਥੇ ਕਹਿ ਕੇ ਜਾ ਰਿਹਾ, ਨਾ ਇਹਨਾਂ ਨੇ ਕੋਈ ਕਾਰਵਾਈ ਕਰਨੀ ਆ, ਨਾ ਇਹਨਾਂ ਨੇ ਕੋਈ ਐਫਆਈਆਰ ਰਜਿਸਟਰ ਕਰਨੀ ਹੈ, ਕੋਈ ਕੁਝ ਹੋਇਆ ਹੀ ਨਹੀਂ। ਫਿਰ ਤੁਸੀਂ ਕੰਪਲੇਂਟ ਕਰ ਦਿਓ ਨਾ, ਜੇ ਬੀਜੇਪੀ ਦਾ ਸਿੱਧਾ ਨਾਮ ਲੈ ਕੇ 25 ਕਰੋੜ ਦਾ ਜ਼ਿਕਰ ਕਰ ਰਹੇ ਅਸੀਂ ਤਾਂ ਰੋਜ਼ ਕਰਾਂਗੇ, ਅਸੀਂ ਰੋਜ਼ ਕਵਾਂਗੇ ਸੀਐਮ ਨੂੰ, ਡੀਜੀਪੀ ਨੂੰ, ਗਵਰਨਰ ਨੂੰ ਕਿ ਭਾਈ ਉਹਦੀ ਐਫਆਈਆਰ ਕਿਉਂ ਨਹੀਂ ਰਜਿਸਟਰ ਹੋ ਰਹੀ, ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਨਾ ਕਰਨੀ ਨਹੀਂ, ਕਿਉਂਕਿ ਇਹ ਝੂਠ ਦੀ ਦੁਕਾਨ ਨੇ। ਇਹ ਦਿੱਲੀ 'ਚ ਵੀ, ਔਰ ਅਰਵਿੰਦ ਕੇਜਰੀਵਾਲ ਦਾ ਰਿਕਾਰਡ ਹੈ, ਪਹਿਲਾਂ इल्जाम ला देना, फिर माफी मांग लेनी। अरुण जेटली को माफी मांगी, नितिन गडकरी को माफी मांगी, विक्रम मजीठिया को माफी मांगी। ये माफी वाला है, केजरीवाल नहीं है। हुण असल गल की है, ये सारा ड्रामा स्क्रिप्ट क्यों कीता? स्क्रिप्ट बड़ी पुअर है, पंजाब के लोगों तक एक्सपोज होगी। तुसीं अपनी डिस्कशन जी देख लो, सारे इन्हां दी खिल्ली उड़ा रहे हैं, पर स्क्रिप्ट बनाई क्यों गई, ड्रामा क्यों रचिया? असल च जो गल निकल के आ रही है कि जिहड़े दो खेमे आम आदमी पार्टी दे हो गए, एक खेमा भगवंत मान साहब दा, एक खेमा केजरीवाल साहब दा। दिनों दिन भगवंत मान साहब दा खेमा मजबूत हो रहा है। और असली गल जो अज की प्रेस कॉन्फ्रेंस तो निकल के आ रही है हरपाल चीमे की घबराहट तो, किते ना किते मैनूं ये लगता है, मैनूं ये खदशा है कि भगवंत मान नूं चीफ मिनिस्टर की पोस्ट तो हटाउण की तैयारी हो रही है। इसे करके दिन किहड़ा चुनिया जो भगवंत मान साहब देश तो बाहर ने, वो कुछ बोल नहीं सकते, इल्जाम कर दो। ਭਗਵੰਤ ਮਾਨ ਸਾਹਿਬ ਨੂੰ ਹਟਾ ਕੇ ਰਾਘਵ ਚੱਡਾ ਨੂੰ ਇਹਦੇ ਪਿੱਛੇ ਸੋਲਿਡ ਦੱਸੋ ਨਾ। ਇਹ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਅਹੁਦੇ ਤੋਂ ਹਟਾਉਣਾ ਚਾਹੁੰਦੇ ਨੇ। ਭਗਵੰਤ ਮਾਨ ਦੀ ਗੈਰ ਹਾਜ਼ਰੀ 'ਚ ਸਾਰਾ ਡਰਾਮਾ ਰਚਨਾ। ਤੁਸੀਂ ਦੇਖੋ, ਮੈਂ ਦੱਸ ਨਹੀਂ ਸ਼ਰਮਾ ਜੀ, ਦੱਸੋ ਨਾ ਲੋਕਾਂ ਨੂੰ, ਸਮਝਾ ਦਿਓ ਕਿ ਆਖਿਰ ਤੁਹਾਨੂੰ ਐਵੇਂ ਕਿਉਂ ਲੱਗ ਰਿਹਾ ਕਿ ਭਗਵੰਤ ਮਾਨ ਦੀ ਕੁਰਸੀ ਜਾਣ ਵਾਲੀ ਹੈ। ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਕਿਉਂਕਿ ਭਗਵੰਤ ਮਾਨ ਸਾਹਿਬ ਨੇ ਇਹਨਾਂ ਦੇ ਅੱਗੇ ਗੋਡੇ ਟੇਕਣੇ ਹੁਣ ਬੰਦ ਕਰਤੇ। ਇਹਨਾਂ ਨੇ 4-5 ਮਹੀਨੇ ਜਿੰਨਾ ਜਲੀਲ ਭਗਵੰਤ ਮਾਨ ਨੂੰ ਕੀਤਾ, ਬਾਰੀ ਨਾਲ ਲਟਕਾ ਕੇ, ਕਿੱਦਾਂ ਰਾਘਵ ਚੱਡੇ ਨੇ ਜਿੱਦਾਂ ਪੰਜਾਬ ਦੀ ਸਰਕਾਰ ਚਲਾਈ, ਜਿੱਦਾਂ ਇਹਨਾਂ ਨੇ ਰਾਜ ਸਭਾ ਦੀਆਂ ਸੀਟਾਂ ਵੰਡੀਆਂ, ਉਹ ਸਾਰਿਆਂ ਦੇ ਕਰਕੇ ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਨੂੰ ਔਰ ਬਹੁਤ ਵੱਡੇ ਗਿਣਤੀ 'ਚ ਇਹਨਾਂ ਦੇ ਐਮਐਲਏ ਨੂੰ ਲੱਗਣ ਲੱਗ ਗਿਆ ਕਿ ਅਸੀਂ ਲੋਕਾਂ 'ਚ ਮੂੰਹ ਨਹੀਂ ਦਿਖਾ ਸਕਾਂਗੇ, ਔਰ 6 ਮਹੀਨੇ 'ਚ ਅਸੀਂ ਲੋਕਾਂ ਨੂੰ ਫੇਸ ਕਿੱਦਾਂ ਕਰਨਾ ਹੈ ਜੇ ਇਦਾਂ ਹੀ ਸਰਕਾਰ ਚੱਲਦੀ ਰਹੀ। ਉਹਦੇ ਕਰਕੇ ਉਹ ਬਗਾਵਤ ਤੇ ਉਤਰ ਆਏ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਹਟਾ ਕੇ ਰਾਘਵ ਚੱਡਾ ਨੂੰ ਹੁਣ ਮੁੱਖ ਮੰਤਰੀ ਬਣਾਉਣ ਦੀ ਇਹ ਸਾਰੀ ਜਿਹੜੀ ਸਕ੍ਰਿਪਟ ਹੈ, ਅੱਜ ਦਾ ਡਰਾਮਾ। ਮੈਂ ਇੱਕ ਰਿਐਕਸ਼ਨ ਜ਼ਰੂਰੀ ਹੈ। ਕੰਗ ਜੀ ਦੇਖੋ, ਬਹੁਤ ਸੀਰੀਅਸ ਐਲੀਗੇਸ਼ਨਸ ਨੇ ਕਿ ਅੰਦਰ ਧੜੇਬੰਦੀ ਹੈ। ਨਤੀਜਾ ਇਹ ਹੈ ਕਿ ਕੁਰਸੀ ਬਦਲ ਸਕਦੀ ਹੈ ਮੁੱਖ ਮੰਤਰੀ ਵਾਲੀ, ਮੌਜੂਦਾ ਸਮੇਂ ਜਿਸ ਦੇ ਕੋਲ ਹੈ ਕਿਸੇ ਹੋਰ ਕੋਲ ਜਾ ਸਕਦੀ ਹੈ। ਬੀਜੇਪੀ ਇਸ ਤਰੀਕੇ ਨਾਲ ਪਲਟਵਾਰ ਕਰ ਰਹੀ ਹੈ ਤੁਹਾਡੇ ਉੱਤੇ। ਗੌਰਵ ਜੀ, ਧੜੇਬੰਦੀ ਜਾਂ ਖੇਮੇਬਾਜ਼ੀ ਦਾ ਸਭ ਤੋਂ ਵੱਡਾ ਉਦਾਹਰਣ ਤੇ ਦੇਸ਼ 'ਚ ਇਹ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਿਤਨ ਗਡਕਰੀ ਔਰ ਸ਼ਿਵਰਾਜ ਸਿੰਘ ਚੌਹਾਨ ਨੂੰ ਜਿਹੜਾ ਆ ਆਪਣੀ ਪਾਰਲੀਮੈਂਟਰੀ ਬੋਰਡ 'ਚੋਂ ਬਾਹਰ ਕਰ ਦਿੰਦੇ ਆ। ਖੇਮੇਬਾਜ਼ੀ ਤੇ ਧੜੇਬੰਦੀ ਅਗਰ ਦੇਸ਼ 'ਚ ਹੈਗੀ, ਸਭ ਤੋਂ ਵੱਡੀ ਬੀਜੇਪੀ 'ਚ ਹੈ, ਜਿੱਥੇ ਕਲੇ ਪਈ ਹੋਈ ਹੈ, ਆਪਸ 'ਚ ਲੜਾਈ ਆ। ਦੂਜੀ ਗੱਲ ਜਿਹੜੀ ਇਹ ਕਹਿੰਦੇ ਆ ਵਾਰ-ਵਾਰ, ਅਰਵਿੰਦ ਕੇਜਰੀਵਾਲ ਜੀ, ਮੈਂ ਪਹਿਲਾਂ ਵੀ ਕਿਹਾ, ਸਾਡੇ ਨੈਸ਼ਨਲ ਕਨਵੀਨਰ ਹੈ, ਔਰ ਰਾਘਵ ਚੱਡਾ ਜੀ ਰਾਜ ਸਭਾ ਮੈਂਬਰ ਪੰਜਾਬ ਦੇ, ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬ ਦੇ ਕਿਸੇ ਰਾਜ ਸਭਾ ਮੈਂਬਰ ਨੇ ਸਭ ਤੋਂ ਵੱਧ ਮੁੱਦੇ ਪੰਜਾਬ ਦੇ ਜਿਹੜੇ ਰਾਜ ਸਭਾ ਚੱਕੇ ਆ। ਇਸ ਕਰਕੇ ਇਹ ਗੱਲਾਂ ਨਾ ਕੱਢੋ, ਅਸੀਂ ਸਭ ਇਕੱਠੇ ਆ। ਲੇਕਿਨ ਜਿਹੜੀ ਝੂਠ ਬੋਲਣ ਦੀ ਗੱਲ ਕਹੀ ਆ, ਲਾਸਟ ਜਿਹੜੀ ਝੂਠ ਬੋਲਣ ਦੀ ਗੱਲ ਸੁਭਾਸ਼ ਜੀ ਨੇ ਕਹੀ ਆ, ਝੂਠ ਇਸ ਮੁਲਕ ਸਭ ਤੋਂ ਵੱਧ ਅਗਰ ਬੋਲਿਆ ਹੈ ਤੇ 15 ਲੱਖ ਦੇ ਨਾਂ ਤੇ ਮੋਦੀ ਸਾਹਿਬ ਨੇ ਬੋਲਿਆ। ਕੰਗ ਜੀ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਪਰਚਾ ਦਰਜ ਨਹੀਂ ਕਰਨਾ। विक्रम मजीठिया तो केजरीवाल ने लिख के माफी मंगी कि नहीं मंगी? अरुण जेटली, नितिन गडकरी तो झूठे इल्जाम लाए सी, लिख के कोर्ट च माफी केजरीवाल ने मंगी कि नहीं मंगी? जवाब दे दिओ इस गल दा। तिन्ना लीडरां दी माफी मैं इसे चैनल ते दिखा दूंगा, रिटर्न माफी अरविंद केजरीवाल ने झूठे इल्जाम लाने दी मंगी कि नहीं मंगी? इको नेता देश दा ऐसा है जो झूठे इल्जाम लगा के लिखित माफी मांग के कोर्ट चों। ठीक है, छोटा छोटा रिएक्शन, मेरे को समा बहुत पूरा है। 5 सेकंड, मैं बस 5 सेकंड लेने हैं गौरव जी। जी मेरे 3 सवाल है, बड़े ब्रीफ ते गौरव जी हैमर करियो जिन्ना चिर कांग साहब जवाब ना देन। नंबर 1, ਇਹ ਕਹਿੰਦੇ ਨੇ ਸਬੂਤ ਸਾਡੇ ਕੋਲ ਹੈ, ਜਲਦੀ ਦਿਖਾਵਾਂਗੇ। ਇੱਥੇ ਤਰੀਕ ਦੱਸ ਦੇਣ, ਤਰੀਕ ਕਿਹੜੀ ਤਰੀਕ ਤੋਂ ਪਹਿਲਾਂ ਸਬੂਤ ਦਿਖਾ ਦੇਣਗੇ। ਪਹਿਲਾ ਸਵਾਲ। ਸਵਾਲ ਨੰਬਰ 2, ਇਹ ਕਹਿੰਦੇ ਹੈ ਅਸੀਂ ਐਕਸ਼ਨ ਲਵਾਂਗੇ। ਜਿਹੜੀ FIR ਹੈ ਕਿਹੜੀ ਤਰੀਕ ਤੋਂ ਪਹਿਲਾਂ ਕਰਵਾ ਦੇਣਗੇ। ਸਵਾਲ ਨੰਬਰ 3, ਇਹ ਕਹਿੰਦੇ ਹੈ ਵੀ ਚੀਮਾ ਸਾਹਿਬ ਨੇ ਕਿਹਾ ਵੀ ਸਾਡੇ MLA ਨੂੰ ਕਿਹਾ ਗਿਆ ਵੱਡੇ ਬਾਊਜੀ ਨਾਲ ਮਿਲਾਵਾਂਗੇ, ਕਿਹਨੇ ਕਿਹਾ ਤੇ ਕਿਹੜੇ MLA ਨੂੰ ਕਿਹਾ। ਇਹ 3 ਸਵਾਲ ਬਾਰ-ਬਾਰ ਪੁੱਛੋ ਜਿੰਨਾ ਚਿਰ ਜਵਾਬ ਨਾ ਦੇਣ। ਠੀਕ ਹੈ ਕਲੇਰ ਜੀ, ਇਕੱਠਾ ਜਵਾਬ ਦੇ ਦਿਓ। ਕਲੇਰ ਜੀ, ਇੱਕ ਫਾਈਨਲ ਤੁਹਾਡਾ ਕਮੈਂਟ ਚਾਹੀਦਾ ਹੈ। ਦੇਖੋ, ਸੀਰੀਅਸ ਐਲੀਗੇਸ਼ਨਸ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਕੋਈ ਪਹਿਲਾ ਦੇਸ਼ ਦੀ ਸਿਆਸਤ ਦੇ ਵਿੱਚ ਮੌਕਾ ਨਹੀਂ ਹੈ। ਜਦੋਂ ਵਿਧਾਇਕ ਖਰੀਦਣ ਦੀ ਗੱਲ ਹੋਵੇ, ਆਫਰ ਦੇਣ ਦੀ ਗੱਲ ਹੋਵੇ, ਇਹ ਸਭ ਕੁਝ ਹੁੰਦਾ ਰਿਹਾ ਹੈ।
ਔਰ ਇਲਜ਼ਾਮ ਲੱਗਦੇ ਰਹੇ ਨੇ ਕਿ ਵਿਧਾਇਕ ਖਰੀਦੇ ਗਏ। ਹੁਣ ਕਿਹੜੀ ਪਾਰਟੀ ਨੇ ਖਰੀਦੇ, ਕਿਸ ਤੋਂ ਖਰੀਦੇ, ਇਹ ਇੱਕ ਵੱਖਰਾ ਤੇ ਜਾਂਚ ਦਾ ਵਿਸ਼ਾ ਹੈ। ਅਕਾਲੀ ਦਲ ਨੂੰ ਲੱਗਦਾ ਕਿ ਨਹੀਂ, ਇਹ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ, ਕੋਈ ਇਸ ਤਰੀਕੇ ਦੀ ਸਿਚੁਏਸ਼ਨ ਨਹੀਂ ਹੈ। ਗੌਰਵ ਜੀ, ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਕੋਈ ਇੰਟਰਸਟ ਨਹੀਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਉਹ ਅਹਿਮ ਮੁੱਦਿਆਂ ਦੇ ਉੱਤੇ ਦੁਬਾਰਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਜਿੱਥੋਂ ਇਹ ਭਟਕਾ ਰਹੇ ਨੇ। ਇਹ ਸਿੱਧਾ ਇਹ ਦੱਸ ਦੇਣ ਵੀ ਐਕਸਾਈਜ਼ ਜਿਹੜੀ ਪਾਲਿਸੀ ਉਹ ਜਿਹੜਾ ਕਰੋੜਾਂ ਦਾ ਘੁਟਾਲਾ ਉਹਦੇ ਬਾਰੇ ਕੀ ਕਰ ਰਹੇ ਨੇ। ਜਿਹੜੀ ਸਰਾਰੀ ਸਾਹਿਬ ਦੀ ਆਡੀਓ ਵਾਇਰਲ ਹੈ ਜਿੱਥੇ ਕਰੋੜਾਂ ਰੁਪਏ ਦਾ ਲੈਣ ਦੇਣ ਹੋ ਰਿਹਾ ਹੈ, ਉਹਦੇ ਬਾਰੇ ਕੀ ਐਕਸ਼ਨ ਲੈ ਰਹੇ ਨੇ। ਤੇ ਜਿਹੜਾ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਸਵਾਲ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਦੀ ਸਿਕਿਉਰਿਟੀ ਡਿਟੇਲ ਲੀਕ ਕੀਤੀ ਜਿਹਦੇ ਕਰਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਦੇ ਖਿਲਾਫ ਪਰਚਾ ਦਰਜ ਹੁੰਦਾ, ਕੀ ਐਕਸ਼ਨ ਹੁੰਦਾ ਉਹ ਦੱਸਣ। ਔਰ ਜਿਹੜਾ ਅੱਜ ਦਾ ਡਰਾਮਾ ਕਰ ਰਹੇ ਨੇ ਇਹਦੇ ਖਿਲਾਫ FIR ਕਦੋਂ ਦੇਣਗੇ, ਮਾਫੀ ਚਾਹੂੰਗਾ, ਮੈਨੂੰ ਵਿਚਾਲੇ ਰੁਕਣਾ ਪਏਗਾ। ਇਹ ਸਾਰੀ ਗੱਲ ਦੱਸਣ ਸਾਨੂੰ ਇਹਨਾਂ ਦੇ ਰਿਐਕਸ਼ਨ ਜ਼ਰੂਰ ਲੈਣਾ ਚਲਦੇ ਬਿਲਕੁਲ ਜੀ। ਕਲੇਰ ਸਾਹਿਬ ਮਾਫੀ ਚਾਹੂੰਗਾ, ਮੇਰੇ ਕੋਲ ਸਮਾਂ ਖਤਮ ਹੈ, ਇਸ ਕਰਕੇ ਫਾਈਨਲ ਰਿਐਕਸ਼ਨ ਮੈਂ ਜ਼ਰੂਰ ਕੰਗ ਸਾਹਿਬ ਤੋਂ ਲੈਣਾ। ਕੰਗ ਸਾਹਿਬ, ਸਬੂਤ ਕਿੱਥੇ ਨੇ? FIR ਕਦੋਂ ਦਰਜ ਹੋਏਗੀ? ਬਾਬੂ ਜੀ ਦੇ ਨਾਲ, ਬਾਊ ਜੀ ਦੇ ਨਾਲ ਗੱਲ ਕਿਸਨੇ ਕੀਤੀ ਹੈ? ਲਗਾਤਾਰ ਸਾਰੀਆਂ ਵਿਰੋਧੀ ਪਾਰਟੀਆਂ ਇਹੀ ਗੱਲ ਪੁੱਛ ਰਹੀਆਂ ਨੇ। ਨਹੀਂ, ਇਹ ਤੇ ਦਿਨ ਬਿਲਕੁਲ ਦਿਨ ਵਾਂਗੂ ਚਿੱਟੇ ਦਿਨ ਵਰਗੀ ਸੱਚਾਈ ਆ ਕਿ ਬੀਜੇਪੀ, ਚਾਹੇ ਉਹ CBI ਹੋਵੇ, ED ਹੋਵੇ, ਪੈਸਾ ਹੋਵੇ, ਧੌਂਸ ਹੋਵੇ ਜਾਂ ਬੀਜੇਪੀ ਦਾ ਪਟਕਾ ਹੋਵੇ, ਹਰੇ ਹਸੀਲਾ, ਹੀਲਾ, ਵਸੀਲਾ, ਸਾਮਦਨ ਦੇ ਸਾਰਾ ਕੁਝ ਵਰਤਦੀ ਆ। ਜਿਹੜਾ ਬੰਦਾ ਨਹੀਂ ਮੰਨਦਾ ਉਹਦੇ ਖਿਲਾਫ ਜਿਹੜਾ ਹੈ ਏਜੰਸੀਆਂ ਲਾ ਦਿੰਦੇ ਆ। ਇਹਨਾਂ ਨੇ ਸਰਕਾਰਾਂ ਦੀਆਂ ਸਰਕਾਰਾਂ ਖਰੀਦ ਲੀਆਂ ਔਰ ਨਿਤਿਸ਼ ਕੁਮਾਰ ਭੱਜ ਗਏ, ਨਿਤਿਸ਼ ਕੁਮਾਰ ਬਚ ਗਏ, ਉਹਨਾਂ ਦੇ ਬੰਦੇ ਵੀ ਇਹਨਾਂ ਨੇ ਖਰੀਦ ਲਏ ਸੀ। ਉਹ ਜਿਹੜੇ ਆ ਲਾਲੂ ਪ੍ਰਸ਼ਾਦ ਯਾਦਵ ਤੇ ਮੁੰਡੇ ਨਾਲ ਚਲੇ ਗਏ। ਤੇ ਔਨ ਰਿਕਾਰਡ ਗੱਲਾਂ ਜਿੱਥੋਂ ਤੱਕ ਐਕਸਾਈਜ਼ ਦੀ ਗੱਲ, ਠੀਕ ਹੈ, ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਨੂੰ ਵਿਚਾਰੇ ਰੁਕਣਾ ਹੋਵੇਗਾ। ਐਕਸਾਈਜ਼ ਇਸ ਵਾਰ ਪੰਜਾਬ ਨੂੰ ਫਾਇਦਾ ਹੋਣ ਵਾਲਾ ਹੈ। ਜਿਹੜੀ 2007 ਤੋਂ ਲੈ ਕੇ 22 ਤੱਕ ਲੁੱਟ ਬ੍ਰਿੰਡਕੋ ਤੇ ਮਹਿਰਾ ਵਾਇੰਦ ਨੂੰ ਸਾਰਾ ਪੰਜਾਬ ਵੇਚ ਕੇ ਫਾਇਦਾ ਹੋਣ ਵਾਲਾ ਪੰਜਾਬ ਨੂੰ ਮੋਨੋਪੋਲੀ ਕ੍ਰੀਏਟ ਕਰਤੀ, ਸਾਰੇ ਐਲਵਨ ਖਤਮ ਕਰਤੇ ਤੁਸੀਂ ਕੰਗ ਸਾਹਿਬ ਪੰਜਾਬ ਦੇ ਵਿੱਚ। ਤੁਸੀਂ ਪੰਜਾਬ ਸਿਰਫ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ, ਮੈਨੂੰ ਵਿਚਾਰੇ ਰੁਕਣਾ ਹੋਵੇਗਾ ਕਿਉਂਕਿ ਸਮਾਂ ਮੇਰੇ ਕੋਲ ਖਤਮ ਹੋ ਚੱਲਿਆ। ਪੰਜਾਬ ਦਾ ਰੱਬ ਹੀ ਰੱਖਾ। ਠੀਕ ਹੈ ਕਲੇਰ ਜੀ, ਸ਼ੁਕਰੀਆ। ਖੜਿਆਲ ਸਾਹਿਬ ਧੰਨਵਾਦ, ਸੁਭਾਸ਼ ਸ਼ਰਮਾ ਜੀ ਧੰਨਵਾਦ, ਕੰਗ ਸਾਹਿਬ ਤੁਹਾਡਾ ਵੀ ਧੰਨਵਾਦ ਚਰਚਾ ਦੇ ਵਿੱਚ ਜੁੜਨ ਦੇ ਲਈ, ਸਾਡੇ ਨਾਲ ਗੱਲਬਾਤ, ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਪਰ ਮੁੱਦਾ ਬਹੁਤ ਗੰਭੀਰ ਹੋ ਜਾਂਦਾ ਹੈ ਜਦੋਂ 25 ਕਰੋੜ ਦਾ ਜ਼ਿਕਰ ਹੋਵੇ, 1000 ਕਰੋੜ ਤੋਂ ਜ਼ਿਆਦਾ ਦਾ ਜ਼ਿਕਰ ਹੋਵੇ। ਪਰ ਹੁਣ ਸਵਾਲ ਇੱਥੇ ਹੀ ਆ ਕੇ ਰੁਕਦਾ ਹੈ, ਜੋ ਪੰਜਾਬੀ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਕਾਰਵਾਈ ਕਦੋਂ ਹੋਏਗੀ। ਕਿਉਂਕਿ ਜੇਕਰ ਕੋਈ ਆ ਕੇ ਰਿਸ਼ਵਤ ਦਿੰਦਾ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਜੇਕਰ ਕਿਸੇ ਪਲੇਅਰ ਨੂੰ ਆ ਕੇ ਬੁਕੀ ਨੇ ਕੋਈ ਮੈਚ ਫਿਕਸ ਕਰਨ ਦੇ ਲਈ ਆਫਰ ਦਿੱਤਾ ਤਾਂ ਉਹ ਪਲੇਅਰ ਨੂੰ ਦੱਸਣਾ ਪੈਂਦਾ ਹੈ ਆਪਣੇ ਵਿਭਾਗ ਨੂੰ। ਜਿਵੇਂ BCCI, ਕਿ ਜੇ ਕ੍ਰਿਕਟਰ ਨੂੰ ਦਿੱਤਾ ਜਾਵੇ ਤਾਂ BCCI ਨੂੰ ਦੱਸਣਾ ਪੈਂਦਾ ਤੇ ਫਿਰ ਅੱਗੇ ਕਾਰਵਾਈ ਹੁੰਦੀ ਹੈ। ਤਾਂ ਕਿ ਇਸ ਮਾਮਲੇ 'ਚ ਵੀ ਪਰਚਾ ਦਰਜ ਹੋਣ ਜਾ ਰਿਹਾ, ਕਦੋਂ ਹੋਏਗਾ? ਤੇ ਦੂਜੇ ਪਾਸੇ ਕਿ ਬਾਕੀ ਪੰਜਾਬ ਦੇ ਵਿੱਚ ਸਰਕਾਰ ਨੂੰ ਕੋਈ ਖਤਰਾ ਹੈ? ਖੈਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹਨਾਂ 'ਚ ਕਿੰਨਾ ਦਮ ਹੈ, ਕਿੰਨਾ ਸੱਚ ਹੈ। ਤੇ ਪੁਲਿਸ ਦੀ ਜਾਂਚ, ਜੇ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ, ਜਾਂਚ ਦੇ ਵਿੱਚ ਨਿਕਲਦਾ ਕੀ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।